Context ਦਾ 10ਵਾਂ ਐਪੀਸੋਡ। ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 85 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਰੇ ਐਪੀਸੋਡਸ ਨੂੰ ਦੇਖਦੇ ਆ, ਸਾਡੇ ਨਾਲ ਇੰਗੇਜ ਕਰਦੇ ਆ, ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰਦੇ ਆ। ਅੱਜ ਸਾਡੇ ਵਿੱਚ ਆਂਟੀ ਜੋਤੀ ਅਤੇ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਰਿਫਲੈਕਸ਼ਨ ਕਰਨਗੇ। ਐਂਡ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਪਣੇ ਸਵਾਲ, ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ। ਹੁਣ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚਲੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਕਿ ਦਿਨ ਭਰ ਤੂੰ ਸਾਡੇ ਨਾਲ ਰਿਹਾ ਤੇ ਸਾਨੂੰ ਹਰ ਤਰ੍ਹਾਂ ਨਾਲ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ ਤੇ ਸਾਨੂੰ ਤੰਦਰੁਸਤੀ ਦਿੱਤੀ ਤਾਂ ਜੋ ਖੁਦਾਵੰਦ ਜੋ ਕੁਛ ਵੀ ਅੱਜ ਅਸੀਂ 85 ਜ਼ਬੂਰ ਦੇ ਵਿੱਚੋਂ ਖੁਦਾਵੰਦ ਸੁਣਦੇ ਹਾਂ ਤੇਰੇ ਬੰਦੇ ਦੇ ਜ਼ਰੀਏ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਔਰ ਜਿਹਨੇ ਵੀ ਖੁਦਾਵੰਦ ਸਾਨੂੰ ਸੁਣਦੇ ਪਏ ਨੇ ਤੂੰ ਉਹਨਾਂ ਦੇ ਵੀ ਨਾਲ ਹੋ। ਉਹ ਵੀ ਖੁਦਾਵੰਦ ਜਦ ਜੋ ਕਲਾਮ ਤੇਰੇ ਖਾਦਮ ਦੇ ਜ਼ਰੀਏ ਸੁਣਦੇ ਨੇ ਉਸਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋ। ਸਾਡੇ ਨਾਲ ਹੋ ਖੁਦਾਵੰਦ ਇਸ ਸਮੇਂ ਤੇ ਸਾਡੀ ਰਹਿਨਮਾਈ ਕਰ। ਤੇਰੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਲਹੂ ਚ ਮੰਗਦੇ ਹਾਂ, ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਜਿੰਨੇ ਵੀ ਸਾਡੇ ਭੈਣ ਭਰਾ ਆਨਲਾਈਨ ਇਸ ਵਕਤ ਸਾਡੇ ਨਾਲ ਹਾਜ਼ਰ ਹਨ ਔਰ ਉਹਨਾਂ ਦੇ ਪਰਿਵਾਰਾਂ ਨੂੰ ਖੁਦਾਵੰਦ ਬਰਕਤ ਦੇਵੇ। ਅੱਜ ਅਸੀਂ ਪੜਾਂਗੇ ਭਜਨ ਦੀ ਬੁੱਕ ਵਿੱਚੋਂ ਜ਼ਬੂਰ 85 ਕੌਮ ਦੇ ਭਲੇ ਲਈ ਪ੍ਰਾਰਥਨਾ। ਇਹ ਸੰਗੀਤ ਦਲ ਦੇ ਆਗੂ ਲਈ ਬਨੀ ਕੋਰਾ ਨਬੀ ਦੇ ਪੁੱਤਰਾਂ ਦਾ ਭਜਨ ਹੈ। ਇਸ ਦੀ ਅਸੀਂ ਪਹਿਲੀ ਆਇਤ ਪੜਾਂਗੇ। ਹੇ ਪ੍ਰਭੂ, ਤੂੰ ਆਪਣੀ ਧਰਤੀ ਤੇ ਕਿਰਪਾਲੂ ਸਾਂ, ਤੂੰ ਆਪਣੇ ਲੋਕਾਂ ਦੀ ਮੁੜ ਬਹਾਲੀ ਕੀਤੀ। ਆਪਣੀ ਪ੍ਰਜਾ ਦੀ ਬੁਰਾਈ ਤੈਂ ਮਾਫ ਕੀਤੀ ਹੈ, ਤੈਂ ਉਹਨਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ। ਸਲਾਹ। ਤੂੰ ਆਪਣੇ ਗੁੱਸੇ ਨੂੰ ਰੋਕ ਲਿਆ ਅਤੇ ਆਪਣੇ ਕ੍ਰੋਧ ਨੂੰ ਵਾਪਸ ਲਿਆ ਹੈ। ਹੇ ਸਾਡੇ ਬਚਾਉਣ ਵਾਲੇ ਪਰਮੇਸ਼ਵਰ, ਸਾਡੀ ਵੱਲ ਮੂੰਹ ਮੋੜ ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ। ਕੀ ਤੂੰ ਹਮੇਸ਼ਾ ਸਾਡੇ ਨਾਲ ਗੁੱਸੇ ਰਹੇਂਗਾ? ਕੀ ਤੇਰਾ ਕ੍ਰੋਧ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹੇਗਾ? ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ? ਭਾਈ ਤੇਰੀ ਪ੍ਰਜਾ ਤੇਰੇ ਵਿੱਚ ਆਨੰਦ ਹੋਵੇ। ਹੇ ਪ੍ਰਭੂ, ਤੂੰ ਸਾਡੇ ਤੇ ਦਇਆ ਕਰ ਅਤੇ ਸਾਨੂੰ ਮੁਕਤੀ ਦੇ। ਮੈਂ ਸੁਣ ਲਵਾਂ ਭਾਈ ਯਹੋਵਾ ਪਰਮੇਸ਼ਵਰ ਕੀ ਆਖੇਗਾ। ਉਹ ਤਾਂ ਆਪਣੀ ਪ੍ਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ। ਭਾਈ ਉਹ ਫੇਰ ਮੂਰਖਤਾਈ ਵੱਲ ਨਾ ਮੁੜਨ। ਇਹ ਸੱਚ ਹੈ ਕਿ ਪ੍ਰਭੂ ਤੋਂ ਡਰਨ ਵਾਲਿਆਂ ਨੂੰ ਪ੍ਰਭੂ ਆਪ ਬਚਾਏਗਾ ਅਤੇ ਸਾਡੀ ਧਰਤੀ ਤੇ ਅਮਨ ਚੈਨ ਰਹੇਗਾ। ਦਇਆ ਅਤੇ ਸੱਚਾਈ ਆਪੋ ਵਿੱਚ ਮਿਲ ਗਈਆਂ। ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। ਵਿਸ਼ਵਾਸ ਧਰਤੀ ਤੋਂ ਉਤਾਂਹ ਉੱਪਰ ਵੱਲ ਉੱਠੇਗਾ ਅਤੇ ਸੱਚ ਸਵਰਗ ਤੋਂ ਹੇਠ ਝਾਤ ਮਾਰੇਗਾ। ਫੇਰ ਯਹੋਵਾ ਉੱਤਮ ਪਦਾਰਥ ਬਖਸ਼ੇਗਾ ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ। ਸੱਤ ਉਸਦੇ ਅੱਗੇ ਅੱਗੇ ਚੱਲੇਗਾ ਅਤੇ ਉਸਦਾ ਰਾਹ ਤਿਆਰ ਕਰੇਗਾ। ਇਹ ਪ੍ਰਭੂ ਦਾ ਵਚਨ ਹੈ। ਖੁਦਾ ਦੇ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ। ਆਮੀਨ। ਥੈਂਕ ਯੂ ਸਕ੍ਰਿਪਚਰ ਰੀਡਿੰਗ ਲਈ। ਹੁਣ ਮੈਂ ਪਾਸਟਰ ਐਰਿਕ ਸਰਵਾਰ ਨੂੰ ਇਨਵਾਈਟ ਕਰਨੀ ਕਿ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਣਗੇ। ਬਹੁਤ ਬਹੁਤ ਸ਼ੁਕਰੀਆ ਐਂਜਲ, ਅੰਕਲ ਜੋਸ਼ੂਆ ਔਰ ਸਿਸਟਰ ਜਯੋਤੀ। ਅੱਜ ਅਸੀਂ ਖੁਦਾਵੰਦ ਦੇ ਫਜ਼ਲ ਦੇ ਨਾਲ ਆਪਣੀ ਜਿਹੜੀ ਬਨੀ ਕੋਰਾ ਦੀ ਸੀਰੀਜ਼ ਹੈ ਜ਼ਬੂਰਾਂ ਦੀ ਕਿਤਾਬ ਦੇ ਵਿੱਚ ਅਸੀਂ ਅੱਜ ਉਹਦੀ 10ਵੀਂ ਐਪੀਸੋਡ ਤੇ ਹਾਂ ਔਰ ਖੁਦਾ ਨੇ ਚਾਹਿਆ ਤੇ ਅਗਲੇ 2 ਐਪੀਸੋਡ ਹੋਰ ਨੇ ਅਸੀਂ ਫਿਰ ਬਨੀ ਕੋਰਾ ਦਾ ਜਿਹੜਾ ਸੈੱਟ ਅਸੀਂ ਉਹਨੂੰ ਵਾਈਂਡ ਅਪ ਕਰਾਂਗੇ। ਔਰ ਚੂੰਕਿ ਬਨੀ ਕੋਰਾ ਦੀ ਅਸੀਂ ਹਰ ਵਾਰ ਦੱਸਦੇ ਹਾਂ ਕਿ ਜ਼ਬੂਰਾਂ ਦੀ ਕਿਤਾਬ ਦੇ 5 ਹਿੱਸੇ ਨੇ। ਪਹਿਲੇ 3 ਹਿੱਸੇ ਜਿਹੜੇ ਨੇ ਉਹ ਲੈਮੈਂਟ ਮਾਤਮ ਹੈ, ਦੁਆਵਾਂ ਨੇ, ਤਰਾਨੇ ਨੇ
ਔਰ ਮੁxtਲਿਫ ਜਿਹੜੇ ਨੇ ਉਹ ਹਿਊਮਨ ਇਮੋਸ਼ਨ ਨੂੰ ਨੈਸ਼ਨਲ ਔਰ ਇੰਡੀਵਿਜੂਅਲ ਪੇਸ਼ ਕੀਤਾ ਗਿਆ ਵੇ। ਲੇਕਿਨ ਜਿਹੜੇ ਬਾਕੀ ਆਖਰੀ 2 ਕਿਤਾਬਾਂ ਨੇ ਜ਼ਬੂਰ ਦੀ ਕਿਤਾਬ ਦੇ ਵਿੱਚ, ਉਹ ਜਿਹੜੀਆਂ ਨਾ ਜ਼ਿਆਦਾਤਰ ਦੇਵਰ ਪ੍ਰੇਜ਼ ਅਲ ਨੇ, ਔਰ ਬਹੁਤੀਆਂ ਉਹਨਾਂ ਦਾ ਤਾਲੁਕ ਜਿਹੜਾ ਵੇ ਉਹ ਖੁਦਾਵੰਦ ਦੀ ਹਮਦੋ ਸਨਾ ਔਰ ਸਤਾਇਸ਼ ਤੇ ਦਾਵਤਨਾਮੇ ਦੇ ਨਾਲ ਹੈ। ਸੋ ਜ਼ਬੂਰ 85 ਅਸੀਂ ਪਹੁੰਚੇ ਹਾਂ, ਔਰ ਇਹ ਵੀ ਚੂੰਕਿ ਮੀਰ ਮੁਗੰਨੀ ਲਈ ਸਾਨੂੰ ਪਤਾ ਵੇ ਕਿ ਜਿਹੜਾ ਅਸੀਂ ਜਾਣਦੇ ਹਾਂ ਕਿ ਕੁਆਇਰ ਮਾਸਟਰ ਜਾਂ ਮਿਊਜ਼ਿਕ ਡਾਇਰੈਕਟਰ ਜਿਹੜਾ ਹੈਕਲ ਦਾ, ਉਹਦੇ ਵਾਸਤੇ ਲਿਖਿਆ ਗਿਆ ਬਨੀ ਕੋਰਾ ਦਾ ਮਜ਼ਮੂਰ। ਜਿਹੜਾ ਵੀ ਤੁਹਾਨੂੰ ਹਿਸਟਰੀ ਸਾਰੀ ਅਸੀਂ ਦੱਸ ਚੁੱਕੇ ਹਾਂ, ਲੇਕਿਨ ਮੈਂ ਰਿਪੀਟ ਇਸ ਲਈ ਹਰ ਐਪੀਸੋਡ ਤੇ ਕਰਨਾ ਵਾ ਤਾਂ ਕਿ ਰਿਮਾਈਂਡ ਹੋ ਰਿਹਾ ਕਿ ਬਨੀ ਕੋਰਾ ਜਿਹੜੇ ਹਨ ਇਹ ਲਾਵੀਆਂ ਦੇ ਕਬੀਲੇ ਚੋਂ ਸਨ, ਔਰ ਲਾਵੀਆਂ ਦੇ ਕਬੀਲੇ ਦੇ ਵਿੱਚੋਂ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਇਹ ਸੀ ਕਿ ਇਹ ਜਿਹੜਾ ਹਾਰੂਨ ਦੇ ਖਾਨਦਾਨ ਦੇ ਵਿੱਚੋਂ ਜਿਹੜੇ ਕਾਹਿਨ ਨੇ, ਇਹ ਉਹਨਾਂ ਨੂੰ ਅਸਿਸਟ ਕਰਨ, ਇਹ ਉਹਨਾਂ ਦੇ ਨਾਲ ਮੁxtਲਿਫ ਖਿਦਮਤਾਂ ਕਰਨ। ਤਾਂ ਵੇਖਿਆ ਹੋਏਗਾ ਕਿ ਅਸਾਂ ਜ਼ਬੂਰ 84 ਚ ਸਿੱਖਿਆ ਸੀ ਕਿ ਸਿਰਫ ਇਹ ਮਿਊਜ਼ੀਸ਼ੀਅਨ ਨਹੀਂ ਸਨ, ਬਲਕਿ ਦਾਊਦ ਦੇ ਨਾਲ ਇਹਨਾਂ ਜੰਗਾਂ ਵੀ ਲੜੀਆਂ, ਇਹਨਾਂ ਦੇ ਵਿੱਚ ਲੋਕ ਐਸੇ ਵੀ ਸਨ ਜਿਹੜੇ ਵਾਰੀਅਰ ਵੀ ਸਨ। ਉਹਦੇ ਬਾਅਦ ਤੁਸੀਂ ਵੇਖੋਗੇ ਕਿ ਸਿਰਫ ਹੈਕਲ ਦੇ ਵਿੱਚ ਇਹ ਸਿਰਫ ਮੌਸੀਕੀ ਦੀ ਖਿਦਮਤ ਨਹੀਂ ਹਨ ਸਰ ਅੰਜਾਮ ਦਿੰਦੇ, ਬਲਕਿ ਰਾਈਟਰ ਵੀ ਸਨ। ਔਰ ਇਹਦੇ ਬਾਅਦ ਹੀ ਵੇਖੋਗੇ ਕਿ ਜ਼ਬੂਰ 84 ਚ ਕਹਿੰਦਾ ਵੇ ਕਿ ਮੈਂ ਖੁਦਾ ਦੇ ਘਰ ਦਾ ਦਰਬਾਨ ਹੋਣਾ ਜ਼ਿਆਦਾ ਪਸੰਦ ਕਰਾਂਗਾ ਸ਼ਰਾਰਤ ਦੇ ਖੈਮਿਆਂ ਚ ਵਸਣ ਦੀ ਬਜਾਏ। ਸੋ ਉਹਨਾਂ ਦੀ ਡਿਊਟੀ ਜਿਹੜੀ ਸੀ ਉਹ ਦਰਵਾਜ਼ਿਆਂ ਤੇ ਵੀ ਹੁੰਦੀ ਸੀ। ਸੋ ਅਸੀਂ ਵੇਖਦੇ ਹਾਂ ਕਿ ਬਨੀ ਕੋਰਾ ਜਿਹੜੇ ਸੀ ਉਹਨਾਂ ਦੇ ਬੀਇੰਗ ਆ ਲਾਵੀ ਹੁੰਦਿਆਂ ਆ ਦੇ ਪਲੇਡ ਡਿਫਰੈਂਟ ਰੋਲਸ, ਡਿਫਰੈਂਟ ਮਿਨਿਸਟਰੀਜ਼ ਜਿਹੜੀਆਂ ਹਨ ਉਹਨਾਂ ਨੂੰ ਮਿਲੀਆਂ ਸਨ। ਔਰ ਜਿਹੜਾ ਪਹਿਲਾ ਪ੍ਰੋਮੀਨੈਂਟ ਸ਼ਖਸ ਜਿਹੜਾ ਲਾਵੀਆਂ ਦੇ ਔਰ ਬਨੀ ਕੋਰਾ ਦੇ ਵਿੱਚੋਂ ਆਇਆ ਵੇ ਉਹ ਵੇ ਸੈਮੂਅਲ ਨਬੀ ਜਿਹੜਾ ਸੀ ਉਹ ਕੋਰਾ ਦੇ ਕਬੀਲੇ ਦੇ ਵਿੱਚੋਂ ਸੀ, ਔਰ ਉਸੇ ਖਾਨਦਾਨ ਦੇ ਵਿੱਚੋਂ ਖੁਦਾ ਨੇ ਉਹਨੂੰ ਨਬੂਵਤ ਜਿਹੜੀ ਹੈ ਉਹ ਖੁਦਾ ਨੇ ਉਹਨੂੰ ਦਿੱਤੀ, ਨਬੀ ਹੋਣ ਲਈ ਬਣਾਇਆ ਸੀ। ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਪਹਿਲੀ ਜਿਹੜੀ ਇਹ ਕ੍ਰੋਨਿਕਲਸ ਨੂੰ ਕੀ ਕਵਾਂਗੇ, ਤਵਾਰੀਖ ਨੂੰ ਕੀ ਕਹਿੰਦੇ ਹੋ ਹਿੰਦੀ ਵਿੱਚ, ਤੁਸੀਂ ਪੰਜਾਬੀ ਚ ਕ੍ਰੋਨਿਕਲਸ ਕੀ ਸਿੱਖਿਆ ਸੀ, ਤਾਰੀਖ ਨੂੰ ਕੀ ਕਹਿੰਦੇ ਆ ਅਸੀਂ, ਇਤਿਹਾਸ ਓਕੇ ਆਈ ਗॉट ਇਤਿਹਾਸ ਹਾਂਜੀ ਇਤਿਹਾਸ, ਪਹਿਲਾ ਇਤਿਹਾਸ ਔਰ 6ਵੇਂ ਬਾਬ ਦੀ 31 ਆਇਤ ਔਰ ਪਹਿਲਾ ਸੈਮੂਅਲ ਪਹਿਲਾ ਬਾਬ ਜਿਹੜਾ ਵੇ ਉੱਥੇ ਅਸੀਂ ਵੇਖਦੇ ਹਾਂ ਕਿ 7 ਜਨਰੇਸ਼ਨ ਲੰਘੀਆਂ ਹਨ, 7 ਨਸਲਾਂ ਤੋਂ ਬਾਅਦ ਜਾ ਕੇ ਤੇ ਫਿਰ ਖੁਦਾ ਨੇ ਬਨੀ ਕੋਰਾ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ, ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕੀਤਾ ਕਿ ਉਹ ਖੈਮੇ ਦੇ ਵਿੱਚ ਹੈਕਲ ਦੇ ਵਿੱਚ ਲੈ ਕੇ ਕੀ ਕਰ ਸਕਣ, ਖਿਦਮਤ ਕਰ ਸਕਣ। ਲਿਹਾਜ਼ਾ ਜਿਹੜਾ ਅੱਜ ਦਾ ਜਿਹੜਾ ਜ਼ਬੂਰ ਹੈ ਔਰ ਅਸੀਂ ਵੇਖਦੇ ਹਾਂ ਕਿ ਇਹ ਵੀ ਜਿਹੜਾ ਵੇ ਇਹਦਾ ਮੇਨ ਥੀਮ ਜਿਹੜਾ ਵੇ ਉਹ ਵੇ ਨੈਸ਼ਨਲ ਰਿਵਾਈਵਲ, ਓਕੇ, ਯਾਨੀ ਕੌਮੀ ਜਿਹੜਾ ਵੇ ਨੈਸ਼ਨਲ ਲੈਵਲ ਤੇ। ਸਿਸਟਰ ਜੋਤੀ ਤੋਂ ਪੜਿਆ ਸੀ ਸਰਨਾਮਾ ਇਹਦਾ, ਉਹ ਕੀ ਸੀ ਸ਼ੁਰੂ ਤੋਂ ਪੜ੍ਹੇ ਤੋਂ ਦੁਬਾਰਾ 85 ਦਾ ਸਾਰਨਾ ਪਹਿਲਾ ਸਰਨਾਮਾ ਕੀ ਸੀ? ਕੌਮ ਦੇ ਭਲੇ ਲਈ ਪ੍ਰਾਰਥਨਾ, ਕੌਮ ਦੇ ਭਲੇ ਦੀ ਪ੍ਰਾਰਥਨਾ। ਠੀਕ ਹੈ ਜੀ, ਤੁਸੀਂ ਵੇਖਿਆ ਕਿ ਜਿਹੜੀ ਦੁਆ ਵੇ ਇਹ ਸਿਰਫ ਇੰਡੀਵਿਜੂਅਲ ਨਹੀਂ ਹੈ, ਪਰਸਨਲ ਨਹੀਂ ਹੈ। ਠੀਕ ਹੈ, ਤੁਸੀਂ ਵੇਖੋਗੇ ਕਿ ਜਿੰਨੇ ਲੋਕਾਂ ਨੂੰ ਖੁਦਾ ਨੇ ਜਦੋਂ ਇਸਤੇਮਾਲ ਕੀਤਾ ਵੇ ਨਾ ਆਪਣੇ ਬਾਦਸ਼ਾਹੀ ਵਾਸਤੇ ਜਾਂ ਆਪਣੇ ਕੰਮ ਲਈ, ਉਹ ਲੋਕ ਹੁੰਦੇ ਹਨ ਜਿਨ੍ਹਾਂ ਦਾ ਵਿਜ਼ਨ ਹਮੇਸ਼ਾ ਗਲੋਬਲ ਹੁੰਦਾ ਸੀ, ਨੈਸ਼ਨਲ ਹੁੰਦਾ ਸੀ, ਯੂਨੀਵਰਸਲ ਹੁੰਦਾ ਸੀ। ਉਹ ਸਿਰਫ ਆਪਣੇ ਭਾਂਡੇ ਨਹੀਂ ਹਨ ਸਵਾਰਦੇ ਰਹਿੰਦੇ ਜਾਂ ਆਪਣੇ ਕੱਪੜੇ ਨਹੀਂ ਹਨ ਠੀਕ ਕਰਦੇ ਰਹਿੰਦੇ। They have always burden not only for their own sake but also they start from their personal level, ਲੇਕਿਨ ਉਹ ਹਮੇਸ਼ਾ ਨੈਸ਼ਨਲ ਔਰ ਫਿਰ ਗਲੋਬਲ ਲੈਵਲ ਤੇ ਜਾਂਦਾ ਸੀ। ਸੋ ਇਸ ਲਈ ਵੇਖਦੇ ਹਾਂ ਕਿ ਇਹ ਜਿਹੜੀ ਕੌਮ ਦੀ ਬਹਾਦਰੀ ਦੀ ਦੁਆ ਵੇ ਬਨੀ ਕੋਰਾ ਨੇ ਕੀਤੀ ਹੈ। ਔਰ ਇਹਦੇ ਵਿੱਚ ਅਕਸਰ ਮੈਂ ਇੱਕ ਹੋਰ ਗੱਲ ਕਰਨਾ, ਜਦੋਂ ਅਸੀਂ ਕਲਾਮ ਨੂੰ ਪੜ੍ਹਦੇ ਹਾਂ ਨਾ, ਜਦੋਂ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਸਾਰੇ ਲੋਕ ਨੇ ਜਿਹੜੇ ਕਲਾਮ ਨੂੰ ਜਾਣਦੇ ਨੇ ਆਪਣਾ ਉਹਦੇ ਚੈਪਟਰ ਵਾਈਜ਼ ਜਾਂ ਉਹਦੇ ਥਿਓਲੋਜੀਕਲ ਪਰਸਪੈਕਟਿਵ ਦੇ ਨਾਲ। ਥਿਓਲੋਜੀਕਲੀ ਖੁਦਾ ਦੇ ਕਲਾਮ ਨੂੰ ਖੁਦਾ ਦਾ ਨੌਲੇਜ ਹੋਣਾ ਠੀਕ ਹੈ, ਲੇਕਿਨ ਜਦੋਂ ਅਸੀਂ ਕਲਾਮ ਨੂੰ ਇੰਟਰਪ੍ਰੀਟ ਕਰਨੇ ਆ ਜਾਂ ਜਦੋਂ ਉਹਨੂੰ ਖੋਲਨੇ ਆ ਅਸੀਂ, ਮੈਂ ਹੁਣ ਚੁੱਕ ਮੈਂ ਥੋੜੀ ਜਿਹੀ ਟੈਕਨੀਕਲ ਗੱਲ ਕਰਨ ਲੱਗਾ ਵਾਂ, ਜਿਹੜੇ ਲੋਕ ਕਲਾਮ ਦੀ ਮੁਨਾਦੀ ਕਰਦੇ ਜਿਹੜੇ ਬਾਈਬਲ ਦੇ ਸਟੂਡੈਂਟ ਨੇ ਉਹਨਾਂ ਵਾਸਤੇ, ਜਦੋਂ ਅਸੀਂ ਹਰਮਨਿਊਟਿਕਲ ਪੁਆਇੰਟ ਆਫ ਵਿਊ ਨਾਲ ਆਉਂਦੇ ਆ ਬਾਈਬਲ ਮੁਕੱਦਸ ਦੀ ਜਿਹੜੀ ਇੱਕ ਅਪਰੋਚ ਇੰਟਰਪ੍ਰੀਟ ਕਰਨ ਦੀ, ਉਹ ਵੀ ਥੀਮੈਟਿਕਲੀ, ਯਾਨੀ ਤੁਸੀਂ ਥੀਮ ਵੇਖੋ ਕਿ ਥੀਮ ਕੀ ਵਿੱਚ ਰਨ ਕਰ ਰਿਹਾ ਮੇਨ। ਠੀਕ ਹੈ, ਕਈ ਲੋਕ ਨੇ ਜਿਹੜੇ ਸਿਰਫ ਉਹਨੂੰ ਮੇਨ ਟੌਪਿਕ ਤੇ ਜਾ ਕੇ ਤੇ ਉਹਦੇ ਬਾਅਦ ਉਹਨੂੰ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਕਈ ਥਿਓਲੋਜੀਕਲੀ ਵਹਿੰਦੇ ਨੇ, ਕਈ ਮੁxtਲਿਫ ਹੋਰ ਤਰੀਕਿਆਂ ਨਾਲ ਵਹਿੰਦੇ ਨੇ। ਲੇਕਿਨ ਮੈਂ ਜਿਹੜਾ ਤਰੀਕਾ ਕਰ ਸਿੱਖਿਆ ਵੇ ਉਹਦੇ ਵਿੱਚ ਆਵੇ ਕਿ ਤੁਸੀਂ ਇੱਕ ਤਰੀਕੇ ਕਾਰ ਅਪਲਾਈ ਕਰਕੇ ਕਦੀ ਵੀ ਕਲਾਮ ਨੂੰ ਸਮਝ ਨਹੀਂ ਸਕਦੇ। ਯੂ ਹੈਵ ਟੂ ਗੋ ਫਰਮ ਮਲਟੀਪਲ ਡਾਇਮੈਂਸ਼ਨਸ, ਔਰ ਤੁਹਾਨੂੰ ਸਾਰੇ ਟੂਲਸ ਪਤਾ ਹੋਣੇ ਚਾਹੀਦੇ ਨੇ ਕਿ ਕਿਹੜੇ ਪਾਸੇ ਲੋ ਮੈਂ ਇਹਨੂੰ ਕਰਨਾ ਵੇ। ਸੋ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਸਕਾਲਰਸ ਨੇ ਜ਼ਬੂਰ 85 ਨੂੰ 4 ਜਾਂ 5 ਮੇਜਰ ਹਿੱਸਿਆਂ 'ਚ ਤਕਸੀਮ ਕੀਤਾ ਵੇ। ਠੀਕ ਹੈ, ਅੱਛਾ, ਜਿਹੜੀ ਦਿਲਚਸਪ ਗੱਲ ਮੈਂ ਅੱਗੇ ਅੰਕਲ ਜੋਸ਼ੂਆ ਨਾਲ ਵੀ ਗੱਲ ਕਰਨ ਰਿਹਾ ਹਾਂ, ਜਿਹੜੀ ਮੈਂ ਨੋਟ ਕੀਤੀ ਏ, ਅਸੀਂ ਜਦੋਂ ਜ਼ਬੂਰ 85 ਨੂੰ ਆਪਣੇ ਇੰਡੀਅਨ ਪਾਕਿਸਤਾਨੀ ਕੰਟੈਕਸਟ ਵਿੱਚ ਵੇਖਦੇ ਹਾਂ, ਖਾਸ ਤੌਰ ਤੇ ਜਦੋਂ ਇਹਦਾ ਤਰਜਮਾ ਹੋਇਆ ਜ਼ਬੂਰ ਦੀ ਕਿਤਾਬ ਦਾ, ਔਰ ਜਦੋਂ ਇਹ ਜ਼ਬੂਰ ਨੂੰ ਤਕਸੀਮ ਕੀਤਾ ਗਿਆ ਗਾਣ ਲਈ, ਤੇ ਉਦੋਂ ਇਹਦੇ 2 ਹਿੱਸੇ ਕੀਤੇ ਗਏ। ਪਹਿਲਾ ਹਿੱਸਾ ਸੀ ਪਹਿਲੀ ਆਇਤ ਤੋਂ ਲੈ ਕੇ ਤੇ 7ਵੀਂ ਆਇਤ ਤੱਕ, ਤੇ ਦੂਜਾ ਹਿੱਸਾ ਸੀ 8ਵੀਂ ਆਇਤ ਤੋਂ ਲੈ ਕੇ ਤੇ 13ਵੀਂ ਆਇਤ। ਅੱਛਾ, ਬੜਾ ਮਸ਼ਹੂਰ ਜ਼ਬੂਰ ਹੈ,
और मोस्टली मैंने तो बड़ा अच्छा लगता क्योंकि मैं मोस्टली कलाम तो पहला ए ज़बूर नूं गाना वा। मैं अंकल जोशुआ नूं गुजारिश करांगा जरा ज़बूर 85 दी जिहड़ी असां जिहड़ी आयत है पहली मतलब जिहड़ा दूजे हिस्से दे विच 8वीं आयत तो 13वीं ओरिजिनल, लेकिन जिहड़ा ओदी म्यूजिक कंपोज किया गया या शायरी जिहड़ी कीती गई है पादरी मामदन शहबाज ने, ओदी पहली और ओदी जिहड़ी ना चौथी आयत जरा सानू जरा गान तुहानू सारा नूं हुंदा। यू आर फ्री टू वेलकम टू ज्वाइन जी। मैं गल खुदा दी सुनांगा जद करेगा कलाम। मैं गल खुदा दी सुनांगा जद करेगा कलाम। के ओ ते अपने बंदेयां नाल पाक लोकां नाल तमाम। के ओ ते अपने बंदेयां नाल पाक लोकां नाल तमाम। सच्चाई रहमत आपो विच हुण दोवें मिलियां हन। सच्चाई रहमत आपो विच हुण दोवें मिलियां हन। ते चुम्मिया है एक दूजे नूं सच्चाई सूला ने। ते चुम्मिया है एक दूजे नूं सच्चाई सूला ने। बहुत बहुत शुक्रिया अंकल जी, बहुत बहुत शुक्रिया, थैंक यू वेरी मच। मेरी है बड़ी मतलब ਜਦੋਂ ਦੀ मैं होश संभी है ਜ਼ਬੂਰ मैं सुनना और मेरी है कोई 25 साल की प्रैक्टिस है। मैं कलाम सुनाने तो पहला मोस्टली ਜ਼ਬੂਰ ਦੀ ਪਹਿਲੀ ਆਇਤ गाना वा कि मैं गल खुदा दी सुनांगा। मतलब प्रीचिंग करन तो पहला मैनू पहला मेरे कान खुलने चाहिए खुदा की कहना चाह रहा है ताकि अगले लोगों को फिर ਜਿਹੜਾ ਉੱਥੇ कलाम सुनाया जाए। ओके तो असा ਵੇਖਿਆ जी ਜ਼ਬੂਰ ਨਵੀਸ लेट्स गो डाइव इनटू द टेक्स्ट। और असा ਵੇਖਿਆ ਕਿ ਜ਼ਬੂਰ ਨਵੀਸ दुआ करन ਡਿਆ ਵੇ और दुआ की करदा पे ऐ खुदावंद। और असी मैं तुहानू दस चुकिया वां कि जिथे लफ्ज खुदावंद आया वे ओरिजिनल हिब्रू दे विच इथे लफ्ज याहवे यहोवा खुदा दा पर्सनल नाम जिहड़ा खुदा ने मूसा ते जाहिर कीता। और यहोवा दा मतलब की है और खुदा ने उन्होंने जो अनफोल्ड किया उस नाम को खुदा ने और की क्या सी कि खुदावंद खुदाए रहीम और करीम कहर करने में धीमा और शफकत और वफा में गनी खुदा है। यानी खुदा दा तरस, खुदा दी मेहरबानी, खुदा दी ग्रेस, खुदा दी मोहब्बत जिहड़ी है ना वो खुदा अपने लोगों ते जाहिर करता है। असां वेखिया सी कि जिहड़ा एलोहीम है या जिथे लफ्ज तर्जमा खुदा किया गया वे उत्थे असीं खुदा दी जजमेंट सीट नूं वेखने आ कि खुदा अदालत करदा वे, लश्करां दा खुदा वे। एंड गॉड इज लाइक अ किंग ऑफ द किंग्स एंड ਅਸੀਂ ਜਿਹੜਾ ਸ਼ਹਿਨशाह ਕਹਿੰਦੇ ਆ ਜਾਂ ਵੱਡਾ ਮਹਾਰਾਜਾ ਜਿਹਨੂੰ ਅਸੀਂ ਕਹਿੰਦੇ ਆ। ਸੋ ਖੁਦਾਵੰਦ ਮਤਲਬ ਹੈ ਜੀ ਇੱਥੇ ਟੋਟਲ ਫੋਕਸ ਜਿਹੜਾ ਵੇ ਉਹ ਖੁਦਾ ਦੇ ਨਾਂ ਦੀ, ਖੁਦਾ ਦੇ ਮੁਕਾਸ਼ਫਾ ਦੀ ਕਿਹੜੇ ਚੀਜ਼ ਤੇ ਵੇ, ਖੁਦਾ ਜਿਹੜਾ ਰਹਿਮ ਕਰਨ ਵਾਲਾ ਤੇ ਕੀ ਹੈ, ਮਿਹਰਬਾਨ ਖੁਦਾ ਵੇ। ਠੀਕ ਹੈ, ਇਸ ਲਈ ਕਹਿੰਦਾ ਵੇ ਉਸ ਨਾਂ ਦੇ ਨਾਲ ਪੁਕਾਰਦਾ ਵੇ ਔਰ ਕਹਿੰਦਾ ਵੇ ਕਿ ਐ ਖੁਦਾਵੰਦ ਕੀ ਕਹਿ ਰਿਹਾ ਵੇ ਕਿ ਤੂੰ ਆਪਣੇ ਮੁਲਕ ਤੇ ਕੀ ਰਿਹਾ ਹੈ, ਮਿਹਰਬਾਨ ਰਿਹਾ ਵੇ। ਮੁਲਕ ਦਾ ਮਤਲਬ ਹੈ ਵੇ ਕਿ ਤੂੰ ਲੋਕਾਂ ਤੇ ਲੈਂਡ ਦੇ ਉੱਤੇ ਤੂੰ ਕੀ ਰਿਹਾ ਵੇ, ਤੂੰ ਮਿਹਰਬਾਨ ਰਿਹਾ ਵੇ। ਸੋ ਅਸੀਂ ਵੇਖਦੇ ਆ ਕਿ ਖੁਦਾ ਜਿਹੜਾ ਵੇ ਉਹ ਮਿਹਰਬਾਨ ਰਿਹਾ ਵੇ ਆਪਣੇ ਲੋਕਾਂ ਤੇ, ਉਹਨੇ ਮਿਹਰਬਾਨੀ ਕੀਤੀ ਹੈ। ਔਰ ਜਿਹੜਾ ਜ਼ਬੂਰ ਨਵੀਸ ਹੈ ਉਹ ਪਾਸਟ ਨੂੰ ਰਿਮਾइंड करान दिया खुदा ਨੂੰ ਕਿ ਤੂੰ ਕੀ ਕੀਤਾ ਵੇ ਔਰ ਕੀ ਕਹਿੰਦਾ ਤੂੰ याकूब को असीरी से वापस लाया है। अच्छा कई लोग ने वो इस हिस्टोरिकल कॉन्टेक्स्ट ਨੂੰ ਸਮਝਦੇ ਨੇ ਕਿ 70 ਸਾਲ ਦੀ ਬਾਬਲੀ असीरी वाल इशारा वे। ठीक है, लेकिन कई लोग कई स्कॉलर ने कहते नहीं जी बाबली सीरियल नहीं है बल्कि जी मिस्री गुलामी है उदों इशारा पे करता है कि जो उन्होंने मिस्री गुलामी चो कढ़ के लिया सी। सो बाकी लोग कहते हैं कि नहीं ये भी गल नहीं है बल्कि जिस दौर दे विच काजियां दे जमाने च जो यशुआ ने लैंड देहड़ी उन्होंने तो पता कई बार फिलिस्ती उन्होंने हुक्मरान हो जाते हैं, कई बार कनानी उन्होंने हमला कर देंगे हैं और 40-40 साल तक एक पूरी जनरेशन तक खुदा जिहड़ा सी वो बनी इसराइल दी लैंड नूं उस मुल्क नूं गैर किहड़े पड़ोसी दी वड्डियां कौमां होंदियां हन उन्हां दे हत्थां दे हटदा सी। ठीक है, फिर वो पुकारदे रोंदे करलांदे हैं तो फिर खुदा कोई ना कोई सूरमा खड़ा करदा जिवें जिडियन जदौन खड़ा किया खुदा ने, फिर सैमसन खड़ा किया। मतलब इस तरीके दे नाल जिहड़े ने खुदा फिर हर दौर दे विच जिहड़ा सी वो अपने हीरोज सूरमा खड़े करदा ही। सो देयर आर डिफरेंट अंडरस्टैंडिंग कि ए असीरी किदे अल इशारा वे। तिन्ने चीज़ां हो सकदियां ने, मिस्री गुलामी तो वापसी, 70 साल दी बाबली असीरी
ਔਰ ਇਰਦ ਗਿਰਦ ਦੀ ਕੌਮਾਂ ਦੀ ਜਿਹੜੀ ਥੋੜੇ ਦੇਰ ਲਈ ਜਾਂ ਇੱਕ ਜਨਰੇਸ਼ਨ ਦੋ ਜਨਰੇਸ਼ਨ ਵਾਸਤੇ ਜਿਹੜੀ ਖੁਦਾ ਉਹਨਾਂ ਨੂੰ ਸਜ਼ਾ ਦਿੰਦਾ ਸੀ ਤੇ ਅਸੀਂ ਵਿੱਚੋਂ ਵਾਪਸ ਲੈ ਆਉਂਦਾ ਸੀ। ਸੋ ਖੁਦਾ ਦੀ ਮਿਹਰਬਾਨੀ, ਖੁਦਾ ਦੇ ਤਰਸ ਵਾਲਾ ਇਸ਼ਾਰਾ ਹੈ। ਕਹਿੰਦਾ ਜੀ ਖੁਦਾਵੰਦ ਤੇਰੀ ਜਿਹੜੀ ਮਿਹਰਬਾਨੀ ਹੈ ਜਾਂ ਤੂੰ ਆਪਣੇ ਲੋਕਾਂ ਤੇ ਕਿਉਂ ਮਿਹਰਬਾਨ ਹੋ। ਓਕੇ, ਦੈਨ ਹੀ ਗਿਵਸ ਰੀਜ਼ਨਸ। ਅੱਛਾ, ਰੀਜ਼ਨ ਕੀ ਦੇ ਰਿਹਾ ਹੁਣ? ਠੀਕ ਹੈ, ਪਹਿਲੀ ਚੀਜ਼ ਕਹਿੰਦਾ ਜੀ ਤੂੰ ਆਪਣੇ ਲੋਕਾਂ ਦੀ ਬਦਕਾਰੀ ਕੀ ਕੀਤੀ ਹੈ? ਮਾਫ ਕਰ ਦਿੱਤੀ ਹੈ। ਓਕੇ, ਦੈਟਸ ਨੰਬਰ 1 ਰੀਜ਼ਨ। ਇਹਦੇ ਵਿੱਚ ਤੁਸੀਂ ਵੇਖੋ ਜ਼ਰਾ ਅੰਕਲ ਜੀ, ਤੁਹਾਡੇ ਕੋਲ ਇੱਥੇ ਲਫ਼ਜ਼ ਕੀ ਆਇਆ ਹੈ? ਦੂਸਰੀ ਤੇ ਤੀਸਰੀ ਆਇਤ ਪੜ੍ਹੋ ਜ਼ਰਾ। ਆਪਣੀ ਪ੍ਰਜਾ ਦੀ ਬੁਰਾਈ ਤੈਂ ਮਾਫ ਕੀਤੀ ਹੈ, ਤੈਂ ਉਹਨਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ। ਓਕੇ, ਵੰਡਰਫੁਲ। ਤੈਂ ਆਪਣੇ ਹਾਂਜੀ, ਤੁਸੀਂ ਵੇਖਣ ਦੇ ਹਾਂਜੀ, ਥੈਂਕ ਯੂ ਅੰਕਲ ਜੀ। ਤੁਸੀਂ ਜਿਹੜਾ ਪੋਇਟਿਕ ਕੰਟਰਾਸਟ ਵੇਖਿਓ ਹੁਣ, ਕੰਟਰਾਸਟ ਕੀ ਹੈ? ਇੱਕ ਹੀ ਗੱਲ ਹੈ ਲੇਕਿਨ ਉਹਨੂੰ ਹੁਣ ਉਹ ਪੋਇਟਿਕਲੀ ਮੁਖਤਲਿਫ ਐਂਗਲ ਦੇ ਨਾਲ ਉਹਨੂੰ ਉਹਦੀ ਜਿਹੜੀ ਡਿਗਰੀ ਹੈ ਉਹਨੂੰ ਉੱਤੇ ਕਰਦਾ ਜਾਏਗਾ ਹੁਣ, ਔਰ ਵੱਧਦੀ ਜਾਏਗੀ। ਠੀਕ ਹੈ, ਨੰਬਰ 1 ਕੀ ਹੈ? ਤੂੰ ਲੋਕਾਂ ਦੀ ਬਦਕਾਰੀ ਕੀ ਕੀਤੀ ਹੈ? ਮਾਫ ਕਰ ਦਿੱਤੀ ਹੈ। ਅੱਛਾ, ਉਹਦੇ ਬਾਅਦ ਗੁਨਾਹ ਨੂੰ ਕੀ ਕਰਦਾ? ਤੂੰ ਕਵਰਡ, ਢੱਕ ਦਿੱਤਾ ਹੈ। ਠੀਕ ਹੈ, ਕੱਜ ਦਿੱਤਾ ਵੇ, ਲੇਕਿਨ ਉਹਦੇ ਨਾਲ ਹੀ ਤੂੰ ਕੋਈ ਸ਼ੈ ਚੁੱਕੀ ਵੀ ਹੈ। ਠੀਕ ਹੈ, ਔਰ ਚੁੱਕਿਆ ਕੀ ਹੈ? ਤੂੰ ਆਪਣੇ ਗਜ਼ਬ ਨੂੰ ਕੀ ਕੀਤਾ ਵੇ? ਆਪਣੇ ਗੁੱਸੇ ਨੂੰ ਤੇ ਆਪਣੇ ਕਹਿਰ ਨੂੰ ਕੀ ਕਰ ਦਿੱਤਾ ਵੇ? ਤੂੰ ਚੁੱਕ ਲਿਆ ਵੇ, ਔਰ ਤੂੰ ਆਪਣੇ ਗਜ਼ਬ ਸਿਰ ਤੋਂ ਤੂੰ ਬਾਜ਼ ਆ। ਜਿਵੇਂ ਬੰਦਾ ਨਹੀਂ ਅੱਗੇ ਜਾਂਦਾ ਔਰ ਹਮਲਾ ਕਰਦਾ ਕਿਸੇ ਦੇ ਉੱਤੇ, ਕਹਿੰਦੇ ਕਿ ਤੂੰ ਆਪਣੇ ਆਪ ਨੂੰ ਹੋਲਡ ਕਰਕੇ ਰੱਖਿਆ, ਬਾਜ਼ ਆ ਗਿਆ ਵੇ। ਠੀਕ ਹੈ, ਸੋ ਥੀਸ ਆਰ ਦ 4 ਮੇਜਰ ਰੀਜ਼ਨ ਕਿ ਤੂੰ ਕਿਉਂ ਆਪਣੀ ਕੌਮ, ਆਪਣੇ ਲੋਕਾਂ ਨੂੰ ਰਿਵਾਈਵ ਕਰ, ਤੂੰ ਕਿਉਂ ਉਹਨਾਂ ਨੂੰ ਤੂੰ ਬਹਾਲ ਕਰ, ਕਿਉਂ ਕਿ ਤੂੰ ਉਹਨਾਂ ਦੇ ਗੁਨਾਹ ਮਾਫ ਕੀਤੇ ਨੇ, ਬਦਕਾਰੀ ਮਾਫ ਕੀਤੀ ਹੈ ਤੇ ਗੁਨਾਹ ਢੱਕ ਦਿੱਤੇ ਨੇ, ਤੇ ਤੇਰਾ ਗਜ਼ਬ ਉਹਨਾਂ ਤੇ ਨਾਜ਼ਲ ਨਹੀਂ ਹੋਇਆ। ਠੀਕ ਹੈ, ਤੂੰ ਜਿਹੜਾ ਇਰਾਦਾ ਕੀਤਾ ਸੀ ਉਹਨਾਂ ਤੇ ਆਪਣਾ ਰੈਤ ਔਰ ਆਪਣਾ ਗਜ਼ਬ ਕੱਢਣ ਦਾ, ਉਹ ਤੂੰ ਟੋਟਲੀ ਕੀ ਕਰਤਾ ਵੇ? ਉਹ ਤੋਂ ਬਾਜ਼ ਆਇਆ ਵੇ। ਠੀਕ ਹੈ, ਅੱਛਾ, ਉਹਦੇ ਬਾਅਦ ਪ੍ਰੇ ਕੀ ਹੈ? ਹੁਣ ਅਸੀਂ ਆਉਣ ਲੱਗੇ ਹਾਂ ਜੀ, 4 ਰੀਜ਼ਨ ਸਮਝ ਆ ਗਏ ਨਾ? 4 ਰੀਜ਼ਨ ਕਿਹੜੀਆਂ ਨੇ? ਠੀਕ ਹੈ, ਕਿਉਂ ਤੂੰ ਰਿਵਾਈਵ ਕਰ, ਕਿਉਂ ਰੀਸਟੋਰ ਕਰ? ਦੈਟਸ ਦ ਰੀਜ਼ਨ, ਬਿਕਾਜ਼ ਵੀ ਆਰ ਸਿਕ। ਠੀਕ ਹੈ, ਅਸੀਂ ਗੁਨਾਹ ਆਲੂਦਾ ਲੋਕ ਸਾਂ, ਅਸੀਂ ਬਿਲਕੁਲ ਜਿਹੜੇ ਵਾ ਸਾਡੀ ਬਦਕਾਰੀਆਂ ਇਸ ਕਾਬਲ ਨਹੀਂ ਸਨ ਕਿ ਅਸੀਂ ਖੁਦਾਵੰਦ ਤੇਰੀ ਹਜ਼ੂਰੀ ਚ ਆ ਸਕੀਏ। ਠੀਕ ਹੈ, ਲੇਕਿਨ ਤੇ ਚੂੰਕਿ ਤੂੰ ਰਹਿਮ ਕਰਨ ਵਾਲਾ ਵੇ, ਸੋ the burden of proof and burden of God's grace is not on humans action, ਕਿਉਂਕਿ ਉਹ ਤੇ ਇਸ ਕਾਬਲ ਹੀ ਨਹੀਂ ਨੇ, ਲੇਕਿਨ ਖੁਦਾਵੰਦ ਚੂੰਕਿ ਮਿਹਰਬਾਨ ਹੈ, ਇਸ ਲਈ ਸਾਡੇ ਤੇ ਰਹਿਮ ਕੀਤਾ ਵੇ। ਠੀਕ ਹੈ, ਮੈਂ ਆਪਣੇ ਜਿਵੇਂ ਗੱਲ ਕਰ ਰਿਹਾ ਕਿ ਸਾਡੇ ਜਿਹੜੇ ਸੈਮੀਨਰੀ ਦੇ ਇੱਥੇ ਫਾਰਮਰ ਡੀਨ ਸਨ, ਉਹ ਇਸ ਵੇਲੇ ਪ੍ਰੈਜ਼ੀਡੈਂਟ ਨੇ ਗਾਰਡਨ ਕੌਨਵਲ, ਜਿਹੜੀ ਥਿਓਲੋਜੀਕਲ ਸੈਮੀਨਰੀ, ਵਨ ਆਫ ਦ ਲੀਡਿੰਗ ਇਵੈਂਜੈਲਿਕਲ ਸੈਮੀਨਰੀ ਇਨ USA, ਬੋਸਟਨ ਮੈਸਾਚੂਸੇਟਸ। ਉਹਨਾਂ ਉਹ ਜ਼ਬੂਰ 85 ਤੇ ਗੱਲ ਕਰਨ ਦੇ ਹਨ। ਅਸੀਂ ਤੇ ਚੂੰਕਿ ਆਪਣੇ ਇੰਡੀਅਨ ਪਾਕਿਸਤਾਨੀ ਕੰਟੈਕਸਟ ਦੀ ਗੱਲ ਕਰਾਂਗੇ, ਲੇਕਿਨ ਉਹ ਕਹਿ ਰਹੇ ਹਨ ਕਿ ਵੈਸਟਰਨ ਇਵੈਂਜੈਲਿਕਲ ਚਰਚ ਜਿਹੜਾ ਵੇ, ਗੋਰਾ ਚਰਚ ਜਿਹੜਾ ਵੇ, ਵਾਈਟ ਚਰਚ ਜਿਹੜਾ ਵੇ, ਠੀਕ ਹੈ, ਉਹ ਕਹਿ ਰਹੇ ਸਨ ਕਿ that church is sick, ਉਹ ਚਰਚ ਬਿਮਾਰ ਹੈ, ਉਹ ਲਿਬਰਲ ਹੋ ਗਏ ਨੇ ਬਹੁਤ ਜ਼ਿਆਦਾ, ਔਰ ਉਹਨਾਂ ਨੇ ਜਿਹੜਾ ਜਿਹੜੀ ਹੈ ਨਾ, ਉਹਨਾਂ ਦੇ ਅੰਦਰ ਤਾਜ਼ਗੀ ਨਹੀਂ ਹੈ, ਬਹਾਲੀ ਨਹੀਂ ਉਹਨਾਂ ਦੇ ਵਿੱਚ। ਠੀਕ ਹੈ, ਅਸੀਂ ਅਗਰ ਵੇਖੀਏ ਆਪਣੇ ਅਸੀਂ ਇੰਡੀਅਨ ਪਾਕਿਸਤਾਨੀ ਕੰਟੈਕਸਟ ਦੀ ਗੱਲ, ਖਾਸ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ, ਅਸੀਂ ਅਗਰ ਦੁਆ ਕਰੀਏ ਕਿ ਖੁਦਾਵੰਦ ਤੂੰ ਇੰਡੀਅਨ ਪਾਕਿਸਤਾਨੀ ਸਾਊਥ ਏਸ਼ੀਅਨ ਚਰਚ ਨੂੰ ਬਹਾਲ ਕਰ, ਠੀਕ ਹੈ, ਤੁਹਾਡਾ ਕੀ ਖਿਆਲ ਹੈ? ਜ਼ਰਾ ਆਪਣੀ ਓਨੈਸਟਲੀ ਆਬਜ਼ਰਵੇਸ਼ਨ ਦਿਓ, ਅਸੀਂ ਸਾਡੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਿਮਾਰ ਨੇ ਔਰ ਸਾਨੂੰ ਬਹਾਲ ਹੋਣ ਦੀ ਲੋੜ ਹੈ? ਇੰਡੀਅਨ ਪਾਕਿਸਤਾਨੀ ਡਾਇਸਪੋਰਾ ਇਨ ਨਾਰਥ ਅਮਰੀਕਾ, ਸਾਡੇ ਕਿਹੜੇ ਗੁਨਾਹ ਨੇ, ਸਾਡੇ ਕਿਹੜੀਆਂ ਹਰਕਤਾਂ ਨੇ ਜਿਹਦੇ ਲਈ ਸਾਨੂੰ ਰਿਵਾਈਵ ਹੋਣ ਦੀ ਲੋੜ ਹੈ? ਕੀ ਖਿਆਲ ਹੈ ਐਂਜਲ, ਸਿਸਟਰ ਜੋਤੀ, ਅੰਕਲ ਜੋਸ਼ਵਾ? ਅਸੀਂ ਹਮੇਸ਼ਾ ਇੱਕ ਦੂਸਰੇ ਇਨਸਾਨ ਦੀ ਗਲਤੀ ਨੂੰ ਕੱਢਦੇ ਹਾਂ ਜਾਂ ਉਹਨੂੰ ਹਾਂਜੀ ਜਜਮੈਂਟ ਕਰਦੇ ਹਾਂ, ਤੇ ਆਪਣੇ ਵੱਲ ਨਹੀਂ ਦੇਖਦੇ। ਜਿੱਦਾਂ ਉਹ ਪੰਜਾਬੀ ਚ ਇੱਕ ਕਹਾਵਤ ਹੈ ਕਿ ਆਪਣੇ ਸ਼ਤੀਰ ਵੱਲ ਨਹੀਂ ਦੇਖਣਾ ਤੇ ਦੂਸਰੇ ਦੇ ਤਿਨਕੇ ਤੇ ਗੌਰ ਕਰਨਾ। ਸਹੀ, ਓਕੇ, ਥੈਂਕ ਯੂ ਅੰਕਲ ਜੀ। ਹਾਂਜੀ ਸਿਸਟਰ ਜੋਤੀ? ਇਹ ਸਭ ਤੋਂ ਵੱਡੀ ਜਿਹੜੀ ਹੈ ਖਾਮੀ ਹੈ। ਕਈ ਵਾਰੀ ਤੇ ਖੁਦਾ ਦੇ ਬੰਦੇ ਨੂੰ ਵੀ ਜਿਹੜੀ ਕਲੀਸਿਆ ਵਾ ਉਹ ਕ੍ਰਿਟਿਸਾਈਜ਼ ਕਰਦੀ ਹੈ, ਸਹੀ, ਚਾਹੇ ਉਹਦੇ ਮੂੰਹ ਤੇ ਨਾ ਕਰਨ, ਪਰ ਇਹ ਆ ਵੀ ਉਹਦੇ ਪਿੱਛੋਂ ਜ਼ਰੂਰ ਕਰਨਗੇ। ਓਕੇ ਜੀ, ਹਾਂਜੀ ਸਿਸਟਰ ਜੋਤੀ, ਤੁਹਾਡੇ ਕੀ ਆਬਜ਼ਰਵੇਸ਼ਨ? ਜਿਹੜੀ ਮੈਂ ਕਹਿੰਦਾ ਇੱਕ ਬਹੁਤ ਵੱਡਾ, ਹਾਂਜੀ, ਸਾਨੂੰ ਅਸੀਂ ਜੇ ਖੁਦਾ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਥੋੜੀਆਂ ਆਦਤਾਂ ਚੇਂਜ ਵੀ ਕਰਨੀਆਂ ਪੈਣੀਆਂ, ਜਿਸ ਤਰ੍ਹਾਂ ਕਿ ਆਪਣੇ ਆਪ ਵਿੱਚ
ਪ੍ਰਭੂ ਦੇ ਵਚਨ ਨੂੰ ਪੜੋ, ਸੁਣੋ, ਦੂਸਰਿਆਂ ਵੱਲ ਧਿਆਨ ਘੱਟ ਦਿਓ। ਔਰ ਖੁਦਾਵੰਦ ਚਾਹੁੰਦਾ ਹੈ ਕਿ ਉਹ ਸਾਡੇ ਦਿਲਾਂ ਨੂੰ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪ੍ਰਭੂ ਆ। ਔਰ ਉਹ ਜਾਣਦਾ ਹੈ ਕਿ ਅਸੀਂ ਅਗਰ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ ਔਰ ਸਾਡੇ ਮਨ ਸਾਫ਼ ਹੋਣੇ ਚਾਹੀਦੇ ਆ। ਅਸੀਂ ਇਸ ਦੇ ਵਿੱਚੋਂ ਸਿਰਫ ਪੜ੍ਹਨ ਦੇ ਨਾਲ ਨਹੀਂ, ਇਸ ਵਿੱਚ ਅਸੀਂ ਸਿੱਖਣਾ ਵੀ ਹੈ। ਔਰ ਕੁਝ ਸਾਡੇ ਵਿੱਚ ਬਹੁਤ ਸਾਰੀਆਂ ਆਦਤਾਂ ਹੁੰਦੀਆਂ, ਝੂਠ ਬੋਲਣਾ, ਛੋਟੀ ਛੋਟੀ ਗੱਲ ਤੇ ਆਰਗੂਮੈਂਟ ਕਰਨਾ, ਉਹ ਸਾਰਾ ਕੁਝ ਪ੍ਰਭੂ ਦੇ ਵਿੱਚ ਅੱਗੇ ਵਧਣਾ, ਤੇ ਇਹ ਸਭ ਕੁਝ ਪਿੱਛੇ ਸਾਨੂੰ ਰੱਖ ਕੇ ਅੱਗੇ ਚੱਲਣਾ ਚਾਹੀਦਾ ਹੈ। ਜੋਸ਼ੂਆ ਨੇ ਕਿਹਾ ਵੀ ਜਜਮੈਂਟਲ ਆ ਅਸੀਂ, ਔਰ ਅਸੀਂ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕਰਨੇ ਇੱਕ ਦੂਜੇ ਨੂੰ। ਤੁਹਾਂ ਕਿਹਾ ਜੀ ਅਸੀਂ ਝੂਠ ਨਹੀਂ ਬੋਲਨੇ ਆ। ਆਪਣਾ ਐਂਜਲ, ਤੇਰਾ ਕੀ ਖਿਆਲ ਹੈ? I think we're very proudy ਸਾਡੇ ਵਿੱਚ ਥੋੜਾ ego ਜ਼ਿਆਦਾ ਆ, like cultural, I think ਲੋਕ ਇੱਕ ਦੂਜੇ ਨਾਲ kind of competitive nature ਰੱਖਦੇ ਆ ਕਿ ਇੱਕ ਤੋਂ ਵੱਧ ਕਰਕੇ ਦਿਖਾਈਏ, and ਉਸੇ ਵਿੱਚ ਆਪਾਂ ਕਾਫੀ ਦੁਨਿਆਵੀ ਚੀਜ਼ਾਂ ਤੇ ਫੋਕਸ ਕਰਦੇ, appearance ਤੇ ਜ਼ਿਆਦਾ ਅਸੀਂ ਧਿਆਨ ਦਿੰਦੇ ਆ rather than church and ਕਲਾਮ ਤੇ ਫੋਕਸ ਰੱਖਣਾ। ਓਕੇ ਜੀ, ਸੋ ਦੀ ਐਂਜਲ ਦੀ ਐਜ਼ ਅ ਯੰਗ ਜਨਰੇਸ਼ਨ ਰਿਪਰੈਜ਼ੈਂਟੇਟਿਵ, ਉਹਦੀ ਆਬਜ਼ਰਵੇਸ਼ਨ ਹੈ ਵੇ ਕਿ ਸਾਡੀ ਜ਼ਿਆਦਾ ਫੋਕਸ ਫਿਜ਼ੀਕਲ ਅਪੀਅਰੈਂਸ ਤੇ ਹੁੰਦਾ ਵੇ, ਔਰ ਅਸੀਂ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਕਰਦੇ ਰਹਿੰਦੇ ਆ ਕਿ ਮੇਰੇ ਕੋਲ ਚੰਗੀ ਸ਼ਕਲ ਹੈ ਤੇ ਉਹਦੇ ਕੋਲ ਹੈ। ਓਕੇ, ਵੰਡਰਫੁਲ, ਗ੍ਰੇਟ ਆਬਜ਼ਰਵੇਸ਼ਨ। ਓਕੇ ਜੀ, ਸੋ ਅਸੀਂ ਵੇਖਣ ਡਏ ਆ ਕਿ ਅਸੀਂ ਵੀ ਖੁਦਾ ਕੋ ਦੁਆ ਕਰਨੇ ਆ ਕਿ ਖੁਦਾ ਸਾਊਥ ਏਸ਼ੀਅਨ, ਇੰਡੀਅਨ, ਪਾਕਿਸਤਾਨੀ ਚਰਚ ਨੂੰ ਉਹਨਾਂ ਦੀ ਬਦਕਾਰੀ ਨੂੰ ਮਾਫ ਕਰੇ, ਉਹਨਾਂ ਦੇ ਨਾਲ ਗੁਨਾਹਾਂ ਨੂੰ ਢਕੇ ਤੇ ਇਹਨਾਂ ਦੇ ਗਜ਼ਬ ਖੁਦਾ ਚੁੱਕੇ ਇਹਨਾਂ ਤੋਂ, ਤਾਂ ਕਿ ਅਗਲੀ ਜਿਹੜੀ ਚੌਥੀ ਤੇ ਪੰਜਵੀਂ ਚੌਥੀ ਆਇਤ ਹੈ ਉਹਦੇ ਚ ਉਹਦੀ ਦੁਆ ਕੀ ਹੈ, ऐ हमारे निजात देने वाले खुदा हमको क्या कर, बहाल कर, अपना गजब हमसे दूर कर। जरा चौथी आयत पढ़ो की है ਤੁਹਾਡੇ ਕੋਲ ਪੰਜਾਬੀ ਚ। ਇਹ ਸਾਡੀ ਮੁਕਤੀ ਦੇ ਪਰਮੇਸ਼ਵਰ, ਤੂੰ ਸਾਨੂੰ ਮੁੜ ਬਹਾਲ ਕਰ ਅਤੇ ਆਪਣੇ ਕ੍ਰੋਧ ਨੂੰ ਸਾਡੇ ਤੋਂ ਦੂਰ ਕਰ। ਓਕੇ ਜੀ, ਮੁੜ ਬਹਾਲ ਕਰ, ਦੁਬਾਰਾ, ਠੀਕ ਹੈ ਨਾ, ਹਮਕੋ ਬਹਾਲ ਕਰ। ਅੰਕਲ ਜੀ ਤੁਹਾਡੇ ਕੋਲ ਕੀ ਹੈ? ਹੇ ਸਾਡੇ ਬਚਾਉਣ ਵਾਲੇ ਪਰਮੇਸ਼ਵਰ, ਸਾਡੀ ਵੱਲ ਮੂੰਹ ਮੋੜ ਓਕੇ, ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ। ਇਹਦਾ ਮਤਲਬ ਹੈ ਵੇ ਕਿ ਜਿਹੜੀ ਕੌਮ ਜਾਂ ਜਿਹੜੀ ਕਮਿਊਨਿਟੀ ਬਹਾਲ ਅਗਰ ਨਹੀਂ ਹੈ, ਖੁਦਾ ਦਾ ਚਿਹਰਾ ਕੀ ਹੋ ਗਿਆ ਉਹਨਾਂ ਨਾਲੋਂ? ਓਕੇ, ਹੋ ਗਿਆ ਵੇ, ਯਾਨੀ ਖੁਦਾ ਦੇ ਚਿਹਰੇ ਦਾ ਨੂਰ, ਜਿਹੜਾ ਖੁਦਾ ਦੀ ਸ਼ਰੀਅਤ ਹੈ, ਖੁਦਾ ਦਾ ਕਲਾਮ ਹੈ ਜਿਹੜਾ, ਉਹ ਉਹਨਾਂ ਤੋਂ ਕੀ ਹੋ ਗਿਆ ਵੇ? ਉਹ ਦੁੱਖ ਵੇਖੋ ਨਾ, ਮੂੰਹ ਮੋੜਨ ਦਾ ਮਤਲਬ ਕੀ ਹੈ? ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਠੀਕ ਹੈ ਨਾ। ਸਾਡੇ ਪੰਜਾਬੀ ਮਾਸਟਰ ਚਾਹੀ ਨਾ ਬੜੇ ਬੜੇ ਰੋਮਾਂਟਿਕ ਗਾਣੇ ਨੇ, ਕਿਉਂ ਅੰਕਲ ਜੀ? ਕਿ ਮਤਲਬ ਹੁਣ ਮੈਨੂੰ ਯਾਦ ਨਹੀਂ ਹੁੰਦਾ ਕੋਈ ਪੰਜਾਬੀ ਰੋਮਾਂਟਿਕ ਗਾਣਾ, ਲੇਕਿਨ ਉਹਦੇ ਚ ਉਹ ਕਹਿੰਦੇ ਨੇ ਕਿ ਮੂੰਹ ਨਹੀਂ ਮੋੜਨਾ ਜੀ, ਸਾਡੇ ਨਾਲ ਗੱਲ ਕਰ, ਠੀਕ ਹੈ ਨਾ, ਮਤਲਬ ਸਾਹਮਣੇ ਵਸੇ ਰਹੋ, ਭਾਵੇਂ ਗੱਲ ਨਾ ਕਰੋ ਲੇਕਿਨ ਚਿਹਰਾ ਨਾ ਛੁਪਾਓ, ਠੀਕ ਹੈ ਨਾ, ਤਾਂ ਕਿ। ਔਰ ਇਹਦੇ ਵਿੱਚ ਕਨਸੈਪਟ ਹੈ ਇਹ ਕਿ ਜ਼ਬੂਰ ਨੂੰ ਵੀ ਐਸਾ ਕਹਿ ਰਿਹਾ ਵੇ, ਖੁਦਾਵੰਦ ਤੂੰ ਚੂੰਕਿ ਬਹਾਲੀ ਕਦੋਂ ਕੋ ਆਏਗੀ, ਜਦੋਂ ਤੂੰ ਜਿਹੜਾ ਤੂੰ ਆਪਣਾ ਚਿਹਰਾ ਦੂਜੇ ਪਾਸੇ ਕੀਤਾ ਹੈ ਨਾ, ਸਾਡੇ ਨਾਲ ਰੁੱਸ ਕੇ ਬੈਠਾ ਵੇਂ, ਉਹ ਜ਼ਰਾ ਤੂੰ ਸਾਡੇ ਵੱਲ ਚਿਹਰਾ ਮੋੜ, ਆਪਣਾ ਮੁਖੜਾ ਵਹਾ, ਆਪਣਾ ਮੂੰਹ ਵਹਾ ਸਾਨੂੰ, ਤਾਂ ਕਿ ਸਾਡੇ ਚਿਹਰਿਆਂ ਤੇ ਮੁਸਕਰਾਹਟ ਆਏ, ਤੇਰੀ ਲਾਈਟ ਜਿਹੜੀ ਹੈ, ਤੇਰਾ ਨੂਰ ਜਿਹੜਾ ਵੇ, ਉਹ ਸਾਡੇ ਤੋਂ ਕੀ ਹੋਏ, ਉਹ ਰੋਸ਼ਨ ਹੋਏ, ਠੀਕ ਹੈ ਜੀ। ਸੋ ਬਹਾਲੀ ਦਾ ਕਨਸੈਪਟ, ਰਿਵਾਈਵਲ ਕੀ ਹੈ ਕਿ ਖੁਦਾ ਆਪਣੇ ਚਿਹਰੇ ਦਾ ਨੂਰ ਸਾਡੇ ਵੱਲ ਕਰੇ। ਅੱਛਾ, ਦਿਲਚਸਪ ਗੱਲ ਇੱਕ ਹੋਰ ਹੈ, ਜਿਹੜਾ ਕ੍ਰਿਸਚੀਅਨ ਕਨਸੈਪਟ ਹੈ, ਕਿਉਂਕਿ ਅਸੀਂ ਜੂਇਸ਼ ਜ਼ਬੂਰ ਪੜ੍ਹਨ ਰਹੇ ਹਾਂ, ਲੇਕਿਨ ਕ੍ਰਿਸਚੀਅਨ ਕਨਸੈਪਟ ਬਹਾਲੀ ਦਾ ਫਰਕ ਹੈ। ਅਸੀਂ ਆਵਾਂਗੇ, ਮੈਂ ਜਦੋਂ ਨਵੇਂ ਟੈਸਟਾਮੈਂਟ ਚ ਆਵਾਂਗਾ, ਇਹਨੂੰ ਕਨਕਲੂਡ ਕਰਾਂਗੇ ਅਸੀਂ, ਮੈਂ ਦੱਸਾਂਗਾ, ਲੇਕਿਨ ਇੱਕ ਜਿਹੜਾ ਮੈਂ ਆਬਜ਼ਰਵੇਸ਼ਨ ਵੇਖੀ ਉਹ ਇਹ ਵੇ ਕਿ ਕਿਉਂਕਿ ਕ੍ਰਿਸਚੀਅਨ ਕਨਸੈਪਟ ਇਜ਼ ਅ ਸਫਰਿੰਗ ਮਜ਼ਾਇਆ, ਯਾਨੀ ਪਰਸੀਕਿਊਸ਼ਨ, ਦੁੱਖਾਂ ਦੇ ਨਾਲ, ਮੁਸੀਬਤਾਂ ਦੇ ਵਿੱਚੋਂ ਲੰਘ ਕੇ, ਠੀਕ ਹੈ, ਅਜ਼ੀਅਤ ਸਹਿ ਕੇ, ਦੈਟਸ ਕ੍ਰਿਸਚੀਅਨ ਕਨਸੈਪਟ। ਨਿਊ ਟੈਸਟਾਮੈਂਟ ਦੇ ਵਿੱਚ ਜਿਹੜਾ ਅਸੀਂ ਰਸੂਲਾਂ ਦੇ ਮਾਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ ਰਿਵਾਈਵਲ, ਅਸੀਂ ਆਵਾਂਗੇ ਉਹਦੇ ਤੇ, ਜਿਹੜਾ ਰਿਵਾਈਵਲ, ਜਿਹੜਾ ਐਕਸਟਰਨਲ ਰਿਵਾਈਵਲ ਹੈ, ਉਹ ਐ ਨਹੀਂ ਹੈ ਕਿ ਸਾਡੀ ਚਰਚਸ ਕਿੰਨੇ ਭਰੇ ਹੋਏ ਨੇ, ਸਾਡੀਆਂ ਪਿਊਜ਼ ਔਰ ਨੰਬਰ ਗੇਮ ਕੀ ਹੈ। ਉਹਦੇ ਵਿੱਚ ਐਕਚੁਅਲ ਰਿਵਾਈਵਲ ਐ ਵੇ ਕਿ ਖੁਦਾ ਭਾਵੇਂ ਇਕੱਲੇ ਬੰਦੇ ਨੂੰ ਤੇ ਭਾਵੇਂ ਪੂਰੇ ਖਾਨਦਾਨ ਨੂੰ ਖੁਦਾ ਜਦੋਂ ਚਰਚ 'ਚ ਲਿਆਉਣ ਦੀ ਬਜਾਏ ਜਦੋਂ ਚਰਚ ਤੋਂ ਬਾਹਰ ਕੱਢਦਾ ਨਾ, ਜਦੋਂ ਅਸਲ ਵਿੱਚ ਰਿਵਾਈਵਲ ਉਦੋਂ ਹੁੰਦਾ ਹੈ। ਅਦਰਵਾਈਜ਼ ਅਸੀਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਕੰਫਰਟ ਰਹਿੰਦੇ ਆ, ਠੀਕ ਹੈ ਨਾ। ਖੁਦਾ ਜਦੋਂ ਸਾਨੂੰ ਡਿਸਕੰਫਰਟ ਕਰਦਾ ਵੇ ਨਾ, ਭਾਵੇਂ ਬਿਮਾਰੀ ਦੇ ਵਸੀਲੇ ਕਰੇ, ਭਾਵੇਂ ਖੁਦਾ ਸਾਨੂੰ ਇਮੀਗ੍ਰੇਸ਼ਨ ਦੇ ਵਸੀਲੇ ਕਰੇ, ਭਾਵੇਂ ਖੁਦਾ ਸਾਨੂੰ ਕਿਸੇ ਵੀ ਤਰੀਕੇ ਨਾਲ ਸਾਡੇ ਕੰਫਰਟ ਜ਼ੋਨ ਔਰ ਬਾਕਸ ਔਰ ਬਬਲ ਦੇ ਵਿੱਚੋਂ ਜਦੋਂ ਖੁਦਾ ਸਾਨੂੰ ਬਾਹਰ ਕੱਢਦਾ ਨਾ, ਤੇ ਫਿਰ ਅਸਲ ਰਿਵਾਈਵਲ ਉਦੋਂ ਹੁੰਦਾ ਵੇ, ਠੀਕ ਹੈ। ਸੋ ਰਿਵਾਈਵਲ ਇਜ਼ ਨਾਟ ਇਨਵਰਡ, ਰਿਵਾਈਵਲ ਇਜ਼ ਆਊਟਵਰਡ, ਠੀਕ ਹੈ। ਬਸ ਤੁਮ ਜਾਓ ਔਰ ਸਭ ਕਾਮੋਂ ਕੋ, ਭਾਈ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਸਾਨੂੰ ਪਤਾ ਸੀ ਕਿ ਅਸੀਂ ਜ਼ਬੂਰਾਂ ਦਾ ਪ੍ਰੋਗਰਾਮ ਕਰਾਂਗੇ ਤੇ ਸਾਡੇ ਇੰਨੇ ਵਿਊਅਰਸ ਹੋ ਜਾਣਗੇ, we have no idea, ਠੀਕ ਹੈ। ਕੋਵਿਡ-19 ਨੇ ਜਿਓਗ੍ਰਾਫੀਕਲ ਬਾਉਂਡਰੀਜ਼ ਔਰ ਪੈਂਡੈਮਿਕ ਨੇ ਚਰਚ ਦਾ ਪੂਰਾ ਕਨਸੈਪਟ ਚੇਂਜ ਕਰ ਦਿੱਤਾ ਵੇ। ਹੁਣ ਚਰਚ ਬਿਲਡਿੰਗ ਨਹੀਂ ਹੈ, ਹੁਣ ਚਰਚ ਤੁਹਾਡਾ ਡਿਜੀਟਲ ਸਪੇਸ ਹੈ।
ਮਿਸ਼ਨ ਜਿਹੜਾ ਵੇ, ਖੁਦਾ ਦਾ ਕੰਮ ਜਿਹੜਾ ਵੇ, ਖੁਦਾ ਦੀ ਬਹਾਲੀ ਜਿਹੜੀ ਹੈ, ਤੁਸੀਂ ਵੇਖੋਗੇ ਕਿੰਨੇ ਲੋਕਾਂ ਤੱਕ, ਮੈਨੂੰ ਕਿੰਨੇ ਲੋਕਾਂ ਨੇ ਪੂਰੀ ਦੁਨੀਆ ਦੇ ਵਿੱਚ, ਯੂਰਪ ਤੋਂ, ਅਮਰੀਕਾ ਦੀ ਮੁਖਤਲਿਫ ਸਟੇਟਸ, ਕੈਨੇਡਾ ਤੋਂ, ਪਾਕਿਸਤਾਨ ਤੋਂ, ਕਿੰਨੀਆਂ ਜਗ੍ਹਾ ਤੋਂ ਲੋਕ ਕੰਟੈਕਟ ਕਰਦੇ, ਮੈਸੇਜ ਕਰਦੇ ਨੇ ਕਿ ਜੀ ਕਿ ਅਸੀਂ ਬੜੀ ਬਰਕਤ ਪਾ ਰਹੇ ਹਾਂ ਅਸੀਂ ਤੁਹਾਡੇ ਪ੍ਰੋਗਰਾਮ ਦੇ ਵਸੀਲੇ, ਔਰ ਖੁਦਾ ਮਤਲਬ ਅਸੀਂ ਸੁਣਨੇ ਹਾਂ, ਮੁਖਤਲਿਫ ਟਾਈਮ ਜ਼ੋਨ ਨੇ, ਔਰ ਮਤਲਬ ਇਹਦੇ ਬਾਵਜੂਦ ਸੋ ਅਸੀਂ ਵੇਖਦੇ ਹਾਂ ਕਿ ਬਹਾਲੀ the concept that is different than the Jewish concept, because Jewish concept of revival is limited to the land, to the law, and to the language. Okay, in Christian concept is totally reversed. It is outside the land and the law. Okay ji, so ਅਸੀਂ ਵੇਖਦੇ ਹਾਂ ਕਿ ਬਹਾਲ ਕਰ, ਔਰ ਬਹਾਲ ਕਰਨ ਦੇ ਨਾਲ ਫਿਰ ਕਹਿੰਦਾ ਖੁਦਾਵੰਦ ਤੂੰ ਸਾਡੇ ਤੋਂ ਹਮੇਸ਼ਾ ਕਿ ਰੁੱਸਿਆ ਹੀ ਰਹੇਗਾ, ਸਾਨੂੰ ਫਿਰ ਜ਼ਿੰਦਾ ਕਰ। ਅੱਛਾ ਦਿਲਚਸਪ ਗੱਲ ਵੇਖੋ, ਬਹਾਲੀ ਦਾ ਇੱਕ ਹੋਰ ਕਨਸੈਪਟ ਹੈ, ਉਹ ਕੀ ਹੈ? ਜ਼ਿੰਦਗੀ, ਯਾਨੀ ਬੰਦਾ ਮੁਰਦਾ ਸੀ, ਉਹ ਕੀ ਹੋ ਗਿਆ? ਦੁਬਾਰਾ ਜ਼ਿੰਦਾ ਹੋ ਗਿਆ ਵੇ। ਠੀਕ ਹੈ, ਸੋ ਲਾਈਫ, ਬਹਾਲੀ, restoration, revival, it all rooted in God's face, into God's contour। ਜਦੋਂ ਖੁਦਾ ਦੇ ਲੋਕ ਖੁਦਾ ਦੇ ਚਿਹਰੇ ਦੇ ਕੀ ਹੁੰਦੇ ਨੇ? ਮੁਤਲਾਸ਼ੀ ਹੁੰਦੇ ਨੇ ਜੀ। ਆਂਦਾ ਇਹਦਾ ਰਿਜ਼ਲਟ ਕੀ ਨਿਕਲੇਗਾ? 6ਵੀਂ ਆਇਤ ਕਹਿੰਦੀ ਹੈ ताकि तेरे लोग तुझ में क्या हो? शादमान हो। देखो खुशी छोटा लफ्ज है, जॉय, इट इज वर्ड जॉय, ओवर जॉय होना। ठीक है ना, मतलब ऐसा ऐसी एक्सप्रेशन है जॉय दा जिहदे विच तुहाडे लफ्ज खत्म हो जाते हैं, यू आर स्पीचलैस, और तुहाडे मुख्तलिफ बॉडी जैस्चर हुंदे ने जिन्हों लोग फिर भावें डांस होए, भावें सजदा होए, भावें तालियां होन, भावें हाथ खड़ा करना होए, then you speak to God with your body language rather than your word language. That is the concept of शादमानी, joy जड़ी है। ठीक है ना, ज़बूर में भी इसके अंदर ना एक जगह और कि तूने मेरे मातम को नाच से बदल डाला। ओके, यानी टोटली रिवर्स हो गया है। ओके जी, अगे आने आ, अगे फिर कहंदा जी 7वीं आयत दे विच ओ ऐसे रिवाइवल नु जिक्र करदा वे, निजात, सानू खुदावन निजात बख्श। सो जिंदगी, नवी जिंदगी, निजात और रिवाइवल, दे आर अल्टरनेटिव वर्ड। ठीक है जी। अच्छा, ਉਹਦੇ ਬਾਅਦ ਅਸੀਂ 8ਵੀਂ ਆਇਤ ਵਿੱਚ ਕਹਿੰਦੇ ਆ, ਹੁਣ ਵੇਖੋ ਨੈਸ਼ਨਲ ਪ੍ਰੇਅਰ ਤੋਂ ਉਹ ਹੁਣ ਪਰਸਨਲ ਰਿਵਾਈਵਲ ਤੇ ਆਇਆ ਵੇ। ਠੀਕ ਹੈ, ਸੋ ਅਸੀਂ ਕਦੀ ਵੀ ਅਸੀਂ ਉਸ ਪਾਸੇ ਨਹੀਂ ਜਾ ਸਕਦੇ, ਲੋਕਾਂ ਨੂੰ ਰਿਵਾਈਵ ਨਹੀਂ ਕਰ ਸਕਦੇ ਜਿੰਨੇ ਚਿਰ ਤੱਕ ਅਸੀਂ ਪਰਸਨਲ ਰਿਵਾਈਵ ਨਹੀਂ ਹੋਵਾਂਗੇ। ਸੋ ਜ਼ਬੂਰ ਵਿੱਚ ਯਾਦ ਦਿਲਾਉਂਦਾ ਵੇ 7ਵੀਂ 8ਵੀਂ ਆਇਤ ਦੇ ਵਿੱਚ, ਮੈਂ ਆਂਦਾ ਹੁਣ ਮੈਂ ਸੁਣਾਂਗਾ कि खुदावंद खुदा क्या फरमाता है। जरा पढ़े आयत, जरा 8वीं आयत की लिखी है जी मिस्टर ज्योति। परमेश्वर प्रभु की करेगा, मैं उसਨੂੰ ਸੁਣਨ ਦਾ ਚਾਹਵਾਨ ਹਾਂ। ਉਹ ਆਪਣੇ ਭਗਤਾਂ ਨਾਲ ਜੋ ਮਨੋਂ ਉਸ ਵੱਲ ਮੁੜਦੇ ਹਨ ਸ਼ਾਂਤੀ ਵਚਨ ਬੋਲੇਗਾ। थैंक यू जी। ये आंदा जी मैं की करांगा? मैं सुनांगा। ठीक है, मैं ध्यान लावांगा। ठीक है, मैं सुनांगा। मैं ਤੁਹਾਨੂੰ ਕੱਲ ਦੱਸਿਆ ਸੀ ਨਾ ਪਿਛਲੇ ਪ੍ਰੋਗਰਾਮ ਵਿੱਚ ਕਿ व्हाट्स द डिफरेंस बिटवीन hearing and listening। ठीक है, hearing means ਦੋਵੇਂ ਕੰਨ ਇਸਤੇਮਾਲ, ਜਦੋਂ ਸੁਣੀ ਜਦੋਂ ਕੱਢ ਛੜੀ। listening means ਕਿ ਜਿਹੜਾ ਦੋਵਾਂ ਕੰਨਾਂ ਦੇ ਵਿੱਚ ਉੱਤੇ ਦਿਮਾਗ ਹੈ ਨਾ, ਉਧਰ ਗੱਲ ਪਹੁੰਚੇ ਔਰ ਉਧਰੋਂ ਰਿਸਪੌਂਡ ਕਰੇ ਫਿਰ ਉਸ ਗੱਲ ਨੂੰ। ਸੁਣਾਂਗਾ ਕਿ ਖੁਦਾਵੰਦ ਕੀ ਫਰਮਾਉਂਦਾ ਹੈ, ਕਿਉਂਕਿ ਫਿਰ ਮੈਂ ਕੀ ਕਰਾਂਗਾ? ਆਂਦਾ ਜਦੋਂ ਮੈਂ ਖੁਦ ਸੁਣਾਂਗਾ, ਔਰ ਗੱਲ ਯਾਦ ਰੱਖੋ ਹਮੇਸ਼ਾ, ਖੁਦਾ ਹਰ ਬੰਦੇ ਨਾਲ ਨਹੀਂ ਬੋਲਦਾ। ਠੀਕ ਹੈ, obviously God pick people, those who have listening ears, ਕਿਉਂਕਿ ਖੁਦਾ ਨਾਲ ਬੋਲਦਾ ਵੇ ਔਰ ਉਸ ਬੰਦੇ ਨੂੰ ਫਿਰ ਖੁਦਾ ਅੱਗੇ ਇਸਤੇਮਾਲ ਕਰਦਾ ਵੇ ਉਸ ਮੈਸੇਜ ਨੂੰ ਕੀ ਕਰਨ ਲਈ? ਕਨਵੇ ਕਰਨ ਲਈ, ਔਰ ਉਹਨੂੰ ਅੱਗੇ ਐਕਸਪੈਂਡ ਕਰਨ ਲਈ। ਠੀਕ ਹੈ, ਸੋ ਗੋਡ ਆਲਵੇਸ ਪਿਕ ਪੀਪਲ। ਅਸੀਂ ਗੱਲ ਕਰਾਂਗੇ ਖੁਦਾ ਨੇ ਚਾਹਿਆ ਤੇ ਨੈਕਸਟ ਸੰਡੇ ਦੇ ਵਿੱਚ ਕਿ ਖੁਦਾ ਜਦੋਂ ਲੋਕ ਪਿਕ ਕਰਦਾ ਵੇ ਉਹਨਾਂ ਦਾ ਕ੍ਰਾਈਟੇਰੀਆ ਕੀ, ਬਾਈਬਲ ਸਾਡੀ ਕੀ ਮਦਦ ਕਰਦੀ ਹੈ, ਖੁਦਾ ਕਿਹੋ ਜਿਹੇ ਬੰਦੇ ਪਿਕ ਕਰਦਾ ਵੇ, ਕਿ ਐਵੇਂ ਖੁਦਾ ਜਿਹਨੂੰ ਮਰਜ਼ੀ ਚੁੱਕ ਲੈਂਦਾ ਵੇ। what kind of people God pick for his mission and purpose। so okay ਜੀ, ਜਿਹੜੀ ਮੈਂ ਸੁਣਾਂਗਾ, ਔਰ ਸੁਣਾਂਗਾ ਕੀ? ਕਿ ਉਹ ਆਪਣੇ ਲੋਕਾਂ ਤੇ ਆਪਣੇ ਮੁਕੱਦਸਾਂ ਦੇ ਨਾਲ ਸਲਾਮਤੀ, ਸ਼ਾਲੋਮ ਦੀ ਗੱਲ ਕਰੇਗਾ। ਓਕੇ, ਪੀਸ ਦੀ ਗੱਲ ਕਰੇਗਾ। ਠੀਕ ਹੈ, ਫਿਰ ਉਹ ਕੀ ਕਰੇਗਾ? ਪੀਸ ਦੀ ਗੱਲ ਕਿਉਂ ਕਰੇਗਾ? ਤਾਂ ਕਿ ਲੋਕੀ ਦੁਬਾਰਾ, ਜਿਹੜਾ ਲਫ਼ਜ਼ ਨਾ ਤੁਹਾਡੇ ਹਿੰਦੀ ਦੇ ਵਿੱਚ ਜਾਂ ਪੰਜਾਬੀ ਚ, ਮੂਰਖ ਨਾ ਹੋਣ, ਹਮਾਕਤਾਂ ਨਾ ਕਰਨ, ਬੇਵਕੂਫ ਨਾ ਹੋਣ, ਨਾਦਾਨ ਨਾ ਹੋ ਜਾਣ। ਠੀਕ ਹੈ ਜੀ। ਉਹਦੇ ਬਾਅਦ ਕਹਿੰਦਾ ਜੀ ਯਕੀਨਨ ਉਹਦੀ ਜਿਹੜੀ ਬਹਾਲੀ ਜਾਂ ਨਿਜਾਤ ਹੈ ਉਹਦੇ ਕਰੀਬ ਹੈ। ਅੱਗੇ ਫਿਰ ਕਹਿੰਦਾ ਜੀ ਖੁਦਾ ਦੀ ਜਿਹੜੀ ਸ਼ਾਂਤੀ ਹੈ ਸਾਡੇ ਮੁਲਕ ਵਿੱਚ ਵਸੇ, ਔਰ ਫਿਰ 3 ਲਫ਼ਜ਼ ਯੂਜ਼ ਕਰਦਾ ਜੀ। ਵੇਖੋ ਕਿਹੜੇ ਕਿਹੜੇ ਲਫ਼ਜ਼ ਨੇ। 10ਵੀਂ ਆਇਤ ਪੜ੍ਹੋ ਜੀ ਜ਼ਰਾ, ਮੈਂ ਲਫ਼ਜ਼ ਨੋਟ ਕਰਨਾ ਚਾਹਣਾ ਤੁਹਾਡੇ ਕੋਲ ਹਿੰਦੀ ਜਾਂ ਪੰਜਾਬੀ ਚ ਕੀ ਨੇ। 10ਵੀਂ ਆਇਤ, ਦਇਆ ਅਤੇ ਸੱਚਾਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। ਓਕੇ, ਥੈਂਕ ਯੂ। ਤੁਹਾਡੇ ਕੋਲ ਕੀ ਹੈ ਜੀ? ਪੜ੍ਹੋ ਜ਼ਰਾ। ਤਦ ਦਇਆ ਤੇ ਵਿਸ਼ਵਾਸ ਇੱਕ ਹੋ ਕੇ ਮਿਲਣਗੇ ਅਤੇ ਸਚਾਈ ਅਤੇ ਅਮਨ ਆਪੋ ਵਿੱਚ ਪਿਆਰ ਕਰਨਗੇ। Okay, thank you ਜੀ। Okay,
ਸੋ ਰਹਿਮ, ਦਇਆ, ਸਚਾਈ ਔਰ ਵਿਸ਼ਵਾਸ ਸੇਮ ਸਿਨੋਨਿਮਲ ਵਰਡ। ਧਰਮ ਤੇ ਸ਼ਾਂਤੀ ਔਰ ਅਮਨ ਜਾਂ ਪੀਸ ਜਿਹੜਾ ਵੇ, ਔਰ ਇੱਥੇ ਦਾ ਲਫ਼ਜ਼ ਹੈ ਨਾ ਸ਼ਫਕਤ ਔਰ ਰਾਸਤੀ, ਉਰਦੂ ਦੇ ਵਿੱਚ ਸਦਾਕਤ ਔਰ ਸਲਾਮਤੀ। ਇੰਟਰਸਟਿੰਗਲੀ 4 ਕੀ ਵਰਡ ਨੇ। ਇਹ 4 ਕੀ ਵਰਡ ਨੂੰ ਸਮਝਣ ਲਈ ਸਾਨੂੰ 2 ਉਹ ਪੁਰਾਣੇ ਯਾਦਨਾਮੇ ਅਸੀਂ ਹੋਰ ਨਬੀਆਂ ਨੂੰ ਸੁਣਾਂਗੇ, ਉਹ ਇਸ ਚੀਜ਼ ਨੂੰ ਕਿਵੇਂ ਬਿਆਨ ਕਰਦੇ ਨੇ। ਠੀਕ ਹੈ ਜੀ। ਤੇ ਪਹਿਲਾ ਹਵਾਲਾ ਜ਼ਰਾ ਖੋਲਿਓ, ਜ਼ਕਰੀਆ 8ਵਾਂ ਬਾਬ ਤੇ 16ਵੀਂ ਆਇਤ ਅੰਕਲ ਜੋਸ਼ੂਆ ਪੜ੍ਹ ਦੇਣਗੇ, ਤੇ ਹੋਸੀਆ 10ਵਾਂ ਬਾਬ ਤੇ 12ਵੀਂ ਆਇਤ ਸਿਸਟਰ ਜੋਤੀ ਪੜ੍ਹ ਦੇਣਗੇ ਜੀ। ਜ਼ਕਰੀਆ 8 ਬਾਬ ਉਹਦੀ 16ਵੀਂ ਆਇਤ 17ਵੀਂ ਪੜ੍ਹ ਦਿਓ। ਇਹ ਗੱਲਾਂ ਹਾਂਜੀ, ਇਹ ਗੱਲਾਂ ਹਨ ਜਿਹੜੀਆਂ ਤੁਸੀਂ ਕਰਨੀਆਂ ਹਨ, ਅਤੇ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਗੁਆਂਢੀ ਨਾਲ ਸੱਚ ਬੋਲੇ। ਤੁਸੀਂ ਆਪਣੇ ਫਾਟਕਾਂ ਵਿੱਚ ਸਚਾਈ ਅਤੇ ਸ਼ਾਂਤੀ ਦਾ ਨਿਆਂ ਕਰੋ। ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਦਿਲ ਵਿੱਚ ਬੁਰਾਈ ਦਾ ਮਤਾ ਨਾ ਪਕਾਵੇ, ਅਤੇ ਨਾ ਕੋਈ ਝੂਠੀ ਟੌਣ ਨਾਲ ਪਿਆਰ ਕਰੇ, ਕਿਉਂ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਘਿਣ ਕਰਦਾ ਹਾਂ। ਯਹੋਵਾ ਦਾ ਵਾਕ ਹੈ। ਇੰਟਰਸਟਿੰਗਲੀ ਜੀ, ਮੈਨੂੰ ਇਹ ਦੱਸੋ, ਇਹਨਾਂ ਸਾਰੀਆਂ ਗੱਲਾਂ ਚੋਂ ਕਿਹੜੀ ਗੱਲ ਦਾ ਤਾਲੁਕ ਤੁਹਾਡੀ ਇਬਾਦਤ ਦੇ ਨਾਲ ਹੈ? ਕੀ ਖਿਆਲ ਹੈ? ਝੂਠ, ਫਰੇਬ। ਨਹੀਂ, ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਮੈਂ ਕੰਟਰਾਸਟ ਦੇਣਾ ਵਾ ਤਾਂ ਤੁਹਾਨੂੰ ਆਈਡੀਆ ਹੋ ਜਾਏ ਮੈਂ ਕੀ ਕਹਿਣਾ ਚਾਹ ਰਿਹਾ। ਕਿੰਨੀਆਂ ਚੀਜ਼ਾਂ ਦਾ ਤਾਲੁਕ ਤੁਹਾਡੀ ਇਬਾਦਤ ਦੇ ਨਾਲ ਹੈ ਤੇ ਕਿੰਨੀਆਂ ਚੀਜ਼ਾਂ ਦਾ ਤਾਲੁਕ ਤੁਹਾਡੀ ਆਦਤ ਦੇ ਨਾਲ ਹੈ? ਹਾਂਜੀ, ਕੋਈ ਇੱਕ ਗੱਲ ਜੇ ਇਬਾਦਤ ਵਾਲੀ ਹੈ ਵੇ? ਇੱਕ ਦੂਸਰੇ ਦਾ ਬੁਰਾ ਨਾ ਸੋਚੋ। ਸਾਰੀਆਂ ਗੱਲਾਂ ਦਾ ਤਾਲੁਕ ਕਿਹਦੇ ਨਾਲ ਹੈ? ਇਨਸਾਨਾਂ ਦੇ ਨਾਲ। ਓਕੇ, ਇਹਦੇ ਚ ਕੋਈ ਚੀਜ਼ ਵੀ ਐਸੀ ਨਹੀਂ ਗੀਤ ਕਿੰਨੇ ਗਾਣੇ ਨੇ, ਜ਼ਬੂਰ ਕਿੰਨੇ ਗਾਣੇ ਨੇ, ਦੁਆਵਾਂ ਕਿੰਨੀਆਂ ਕਰਨੀਆਂ ਨੇ, ਰੋਜ਼ੇ ਕਿੰਨੇ, ਨਾ ਨਾ ਨਾ, not at all. Okay, everything is related with your relationship with the society and the human beings. ਠੀਕ ਹੈ, ਕੀ ਕਹਿ ਰਿਹਾ ਵੇ? ਖੁਦਾ ਕੀ ਚਾਹੁੰਦਾ ਤੁਹਾਡੇ ਤੋਂ? ਕੀ ਕਰੋ ਤੁਸੀਂ? ਆਪਣੇ ਪੜੋਸੀਆਂ ਨਾਲ ਕੀ ਬੋਲੋ? ਨੰਬਰ 1 ਦੱਸੋ, ਕੀ ਬੋਲੋ? ਸੱਚ ਬੋਲੋ। ਸੱਚ ਬੋਲੋ। ਅਸੀਂ ਬੋਲਨੇ ਆ ਐਵੇਂ ਹੀ ਅਗਲੇ ਨੂੰ ਪੈਂਪਰ ਕਰੀ ਜਾਣਾ, ਐਵੇਂ ਮੱਖਣ ਲਾਈ ਜਾਣਾ। ਉਹ ਬੰਦਾ ਭਾਵੇਂ ਕਿੱਡਾ ਵੀ ਜ਼ਿਆਦਾ ਕੂੜ ਹੋਏ, ਕਿੱਡਾ ਵੀ ਜ਼ਿਆਦਾ ਝੂਠਾ ਹੋਏ, ਐਵੇਂ ਹੀ ਉਹਨੂੰ ਸਪੋਰਟ ਕਰੀ ਜਾਣਾ, ਔਰ ਉਹਦੇ ਮੂੰਹ ਦੇ ਉੱਤੇ ਹੀ ਉਹਨੂੰ ਜਨਾਬ ਉਹਦੇ ਝੂਠ ਬੋਲੀ ਜਾਣਾ। ਮਤਲਬ that's horrible। ਠੀਕ ਹੈ, ਮਤਲਬ ਮਿਨਿਸਟਰੀ ਔਰ ਖਾਸ ਤੌਰ ਤੇ ਖਿਦਮਤ ਜਾਂ ਰੂਹਾਨੀਅਤ ਇਹ ਨਹੀਂ ਹੈ ਕਿ ਮੈਂ ਨਾਰੇ ਕਿੱਡੇ ਉੱਚੀ ਮਾਰਨਾ ਵਾ ਤੇ ਜਨਾਬ ਮੈਂ ਗੀਤ ਕਿੰਨੇ ਗਾਣਾ ਵਾ ਤੇ ਮੈਂ ਕਲਾਮ ਕਿੱਡੇ ਜੋਸ਼ ਨਾਲ ਸੁਣਾਉਣਾ ਵਾ। ਇੰਪੋਰਟੈਂਟ ਚੀਜ਼ ਹੈ ਵੇ ਕਿ ਮੈਂ ਖੁਦਾ ਦੇ ਖੌਫ ਦੇ ਵਿੱਚ, ਮੈਂ ਆਪਣੇ ਹਮ ਜਿਨਸ ਇਨਸਾਨਾਂ ਦੇ ਨਾਲ ਮੇਰੀਆਂ ਆਦਤਾਂ ਕਿਹੋ ਜਿਹੀਆਂ ਨੇ, ਮੇਰੀਆਂ ਇਬਾਦਤਾਂ ਨਹੀਂ ਖੁਦਾ ਬਹੁਤੀਆਂ ਵੇਖਣੀਆਂ। ਉਹਨੇ ਇਹ ਵੇਖਣਾ ਕਿ ਮੇਰਾ ਜਿਹੜਾ ਰਿਲੇਸ਼ਨਸ਼ਿਪ ਸੀ ਬਾਕੀ ਇਨਸਾਨਾਂ ਦੇ ਨਾਲ ਉਹ ਕੀ ਸੀ। ਅਸੀਂ ਮੂੰਹ ਤੇ ਕੁਝ ਹੋਰ ਹੁੰਨੇ ਆ, ਪਿੱਛੇ ਬੰਦੇ ਦੇ ਕੁਝ ਹੋਰ ਹੁੰਨੇ ਆ। ਅਸੀਂ ਉਹਦੇ ਨਾਲ ਗੱਲ ਕਰਦੇ ਆ ਜਾਂ ਬੰਦੇ ਦੇ ਨਾਲ ਰਿਲੇਸ਼ਨਸ਼ਿਪ ਦੇ ਮਾਮਲੇ 'ਚ ਅਸੀਂ ਠੀਕ ਹੋ, ਮਤਲਬ ਵੀ ਪਲੇ ਸੋ ਮੈਨੀ ਰੋਲਸ। ਅਸੀਂ ਇੰਨੇ ਮਾਸਕ ਮੂੰਹ ਤੇ ਚੜਾਉਂਦੇ ਆ ਨਾ, ਸਮਝ ਨਹੀਂ ਆਉਂਦੀ। ਝੂਠੋ ਝੂਠ 44 ਬੋਲੀ ਹੁੰਦੇ ਆ ਸਾਹਮਣੇ ਖਲੋ ਕੇ, ਪੱਕੇ ਪੈਰਾਂ ਤੇ, ਮੰਨਦੇ ਵੀ ਨਹੀਂ ਉਤੋਂ। ਠੀਕ ਹੈ, ਸੋ ਪਹਿਲੀ ਚੀਜ਼ ਕੀ ਆਂਦੇ ਜੀ? ਕੀ ਕਰੋ? ਸੱਚ ਬੋਲੋ। ਕਿਹਦੇ ਨਾਲ? ਇੱਕ ਦੂਸਰੇ ਦੇ ਨਾਲ। ਠੀਕ ਹੈ, ਖੁਦਾ ਨਾਲ, ਗੁਆਂਢੀ ਨਾਲ। ਖੁਦਾ ਨਾਲ ਨਹੀਂ, ਖੁਦਾ ਨੂੰ ਪਤਾ ਅੰਦਰੋਂ ਅਸੀਂ ਕਿੱਡੇ ਕੋ ਕੂੜਾ। He knows। ਠੀਕ ਹੈ ਨਾ? ਸੋ ਪਹਿਲੀ ਚੀਜ਼ ਸੱਚ ਬੋਲੋ। ਦੂਜੀ ਕੀ ਆਂਦਾ ਜੀ? ਮੇਲ ਮਿਲਾਪ ਕਰੋ, ਇੱਕ ਦੂਸਰੇ ਨਾਲ ਸਚਾਈ ਨਾਲ ਨਿਆਂ ਕਰੋ। ਹਾਂਜੀ, ਇੱਕ ਤੇ ਆਂਦਾ ਜੀ ਸਚਾਈ ਕਰੋ, ਫਿਰ ਨਿਆਂ ਕਰੋ, ਅਦਾਲਤ ਜਿਹੜੀ ਹੈ। ਦੈਟਸ ਇੰਟਰਸਟਿੰਗਲੀ। ਔਰ ਬੁਰਾ ਮਨਸੂਬਾ ਨਾ ਬਣੋ, ਝੂਠੀ ਕਸਮ ਵੀ ਨਾ ਖਾਓ। ਮਤਲਬ ਡੋਂਟ ਮੇਕ ਅ ਫੇਕ ਪ੍ਰੋਮਿਸ, ਰੋਂਗ ਪ੍ਰੋਮਿਸਸ। ਓਕੇ, ਹਾਂ ਦੀ ਜਗ੍ਹਾ ਹਾਂ ਭਾਈ ਇਹ ਕਰਨਾ ਤੇ ਕਰਨਾ, ਨਹੀਂ ਕਰਨਾ ਤੇ ਨਹੀਂ ਕਰਨਾ। ਦੈਟਸ ਫਿਨਿਸ਼, ਗੱਲ ਖਤਮ। ਯੈਸ অর ਨੋ? ਠੀਕ ਹੈ ਨਾ? ਇਹ ਖੱਬੇ ਦੀ ਸੱਜੇ ਦੀ, ਮਤਲਬ ਦੈਟਸ ਨਾਟ, ਗॉड ਡਸਨਟ ਅਲਾਉ ਦੈਟ। ਖੁਦਾ ਕਹਿੰਦਾ ਮੈਨੂੰ ਨਫ਼ਰਤ ਹੈ। ਮਤਲਬ ਇੰਟਰਸਟਿੰਗ ਵੇਖੋ, ਉਹ ਅਸੀਂ ਲੋਕਾਂ ਦੇ ਮਾਮਲੇ ਤੇ ਅਸੀਂ ਕਹਿੰਦੇ ਆ ਕਿ ਇੰਜ ਦਾ ਕੰਮ ਹੈ, ਤੇ ਖੁਦਾ ਕਹਿੰਦਾ ਜਿਹੜੇ ਕੰਮ ਤੋਂ ਮੈਨੂੰ ਨਫ਼ਰਤ ਹੈ, ਵੀ ਆਰ ਸੋਕਡ ਇਨ ਦੈਟ ਹੇਟਫੁਲ ਐਕਸ਼ਨਸ। ਦੂਜਾ ਵਾਲਾ ਪੜੋ ਜਿਹਦਾ ਜ਼ਕਰੀਆ ਆਪਣਾ ਹੋਸੀਆ ਵਾਲਾ। ਹੋਸ਼ਿਆ 12 ਦੀ 10 ਵਿੱਚ ਲਿਖਿਆ ਆ, ਮੈਂ ਕਿਹਾ
ਤੁਸੀਂ ਆਪਣੇ ਲਈ ਨਵੀਂ ਜ਼ਮੀਨ ਵਾਓ ਅਤੇ ਉਸ ਵਿੱਚ ਭਲਾਈ ਨੂੰ ਬੀਜੋ। ਫਿਰ ਤੁਸੀਂ ਉਹਨਾਂ ਅਸੀਸਾਂ ਦੀ ਫਸਲ ਕੱਟੋ ਜੋ ਤੁਸੀਂ ਮੇਰੀ ਉਪਾਸਨਾ ਕਰਨ ਨਾਲ ਪੈਦਾ ਕਰੋਗੇ। ਇਹ ਸਮਾਂ ਹੈ ਕਿ ਤੁਸੀਂ ਮੇਰੇ ਵੱਲ ਅਰਥਾਤ ਆਪਣੇ ਪ੍ਰਭੂ ਵੱਲ ਮੁੜੋ ਅਤੇ ਮੈਂ ਆ ਕੇ ਤੁਹਾਡੇ ਉੱਤੇ ਅਸੀਸਾਂ ਦਾ ਮੀਂਹ ਬਰਾਵਾਂਗਾ। ਓਕੇ, ਥੈਂਕ ਯੂ ਜੀ। ਸੋ ਇੱਥੇ ਜਿਹੜਾ ਸਟਰਗਲ ਹੈ ਨਾ, ਜਿਹੜੀ ਰਾਸਤਬਾਜ਼ੀ ਔਰ ਸੱਚਾਈ ਦੀ ਜਿਹੜੀ ਹੈ ਕਿ ਜ਼ਮੀਨ ਤੋਂ ਨਿਕਲੇਗੀ, ਠੀਕ ਹੈ, ਇਹਦਾ ਮਤਲਬ ਹੈ ਵੇ ਕਿ ਐਸੀਆਂ ਆਦਤਾਂ ਨੂੰ ਕਲਟੀਵੇਟ ਕਰਨਾ ਪੈਂਦਾ ਵੇ। ਯੂ ਹੈਵ ਟੂ ਵਰਕ ਔਨ ਦੈਟ। ਜਿਵੇਂ ਤੁਹਾਨੂੰ ਕਿਸੇ ਜ਼ਮੀਨ ਦੇ ਵਿੱਚ ਹੱਲ ਜਾਣਾ ਪੈਂਦਾ ਵੇ ਨਾ, ਇਸੇ ਤਰੀਕੇ ਨਾਲ ਇਨਸਾਨੀ ਦਿਲ ਔਰ ਇਨਸਾਨੀ ਦਿਮਾਗ ਜਿਹੜਾ ਵੇ ਉਹਨੂੰ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਖੁਦਾ ਨੇ ਸਾਡੀਆਂ ਇਬਾਦਤਾਂ ਤੇ ਵੇਖਣੀਆਂ ਨੇ, ਨਾਲ ਇਹ ਵੇਖਣਾ ਕਿ ਆਦਤਾਂ ਕਿਹੋ ਜਿਹੀਆਂ ਹਨ ਸਾਡੀਆਂ, ਠੀਕ ਹੈ ਨਾ। ਅਸੀਂ ਨਿਰੀਆਂ ਲੋਕਾਂ ਨੂੰ ਇਬਾਦਤਾਂ ਹੀ ਵਿਖਾਉਂਦੇ ਹਾਂ ਤੇ ਆਦਤਾਂ ਨੂੰ ਅਸੀਂ ਮਾਰ ਖਾ ਜਾਂਦੇ ਹਾਂ, ਠੀਕ ਹੈ। ਦੈਟਸ ਦ ਪੁਆਇੰਟ। ਓਕੇ ਜੀ, ਸੋ ਨਾਓ ਵਾਟ ਇਜ਼ ਦ ਕਨਕਲੂਜਨ ਪੁਆਇੰਟ? ਕਨਕਲੂਜਨ ਪੁਆਇੰਟ ਹੈ ਵੇ ਜ਼ਬੂਰ ਨਵੀਸ ਕਹਿੰਦਾ ਪਿਆ ਜੀ ਕਿ ਰਾਸਤੀ ਕਿੱਥੋਂ ਨਿਕਲੇਗੀ? ਜ਼ਮੀਨ ਤੋਂ ਨਿਕਲੇਗੀ। ਓਕੇ, ਜ਼ਮੀਨ ਮਤਲਬ ਇਨਸਾਨਾਂ ਦੇ ਦਰਮਿਆਨ ਤੁਹਾਡਾ ਤਾਲੁਕਾਤ ਕਿਹੋ ਜਿਹੇ ਨੇ, ਔਰ ਸਦਾਕਤ ਫਿਰ ਕੀ ਕਰੇਗੀ? ਉੱਤੋਂ ਅਸਮਾਨੋਂ ਝਾਤੀ ਪਾਵੇਗੀ। until or unless ਅਸੀਂ ਜ਼ਮੀਨ ਦੇ ਉੱਤੇ ਰਹਿੰਦਿਆਂ ਹੋਇਆਂ ਇਨਸਾਨਾਂ ਦੇ ਨਾਲ ਮਾਮਲਾ ਠੀਕ ਨਹੀਂ ਰੱਖਾਂਗੇ, ਓਨੈਸਟ ਨਹੀਂ ਹੋਵਾਂਗੇ, ਸੱਚਾਈ ਨਹੀਂ ਬੋਲਾਂਗੇ, ਉਹਨੇ ਚਿਰ ਤੱਕ ਮੇਰੇ ਜੀਜ਼ੋ ਅਸਮਾਨ ਤੋਂ ਖੁਦਾ ਦੀ ਸਦਾਕਤ ਜਿਹੜੀ ਹੈ ਨਾ ਉਹ ਨਹੀਂ ਆਏਗੀ। ਓਕੇ, ਆਖਰੀ ਦੋ ਹਵਾਲੇ ਪੜਾਂਗੇ ਨਵੇਂ ਅਹਿਦਨਾਮੇ ਦੇ ਵਿੱਚੋਂ, ਹਾਊ ਦਿਸ ਅਪਲਾਈਜ਼ ਟੂ ਦ ਨਿਊ ਟੈਸਟਾਮੈਂਟ। ਠੀਕ ਹੈ ਜੀ, ਨਵੇਂ ਟੈਸਟਾਮੈਂਟ ਦੇ ਵਿੱਚੋਂ ਪਹਿਲਾ ਹਵਾਲਾ ਅਸੀਂ ਪੜਾਂਗੇ ਰਸੂਲਾਂ ਦੇ ਅਮਾਲ ਔਰ 3 ਬਾਬ ਦੀ 19 ਆਇਤ, ਔਰ ਵੇਖੋਗੇ ਕਿਵੇਂ ਪਤਰਸ ਰਸੂਲ ਨੇ ਐਸੇ ਥੀਮ ਨੂੰ, ਐਸੇ ਟੌਪਿਕ ਨੂੰ ਉਹਨੇ ਕਿਵੇਂ ਨਵੇਂ ਅਹਿਦਨਾਮੇ ਦੇ ਵਿੱਚ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਨਾਲ ਜੋੜਿਆ ਵੇ। ਹਾਂਜੀ, ਅਮਾਲ 3:19। ਇਸ ਲਈ ਤੌਬਾ ਕਰੋ ਅਤੇ ਮੁੜੋ ਭਾਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਇੰਟਰਸਟਿੰਗਲੀ ਜੀ, ਨਵੇਂ ਅਹਿਦਨਾਮੇ ਦੇ ਵਿੱਚ ਜਿਹੜਾ ਮੇਰੇ ਕੋਲ ਤਰਜਮਾ ਹੈ ਨਾ ਉਹ ਵੇ ताकि खुदावंद के हजूर से ताजगी, रिवाइवल, रेस्टोरेशन आए। और किदों आएगी? तौबा करो, जिवें असां पहला पढ़िया वे ज़बूर 85 की ज़बूर नवीस किया वे कि जी खुदा साडे गुनाह की कर दिते, ढक दिते। रजू दा मतलब की हुंदा है? अरबी लफ्ज़ जेड़ा वे ना, अंकल जी दोबारा पढ़ो जरा, तौबा करो फिर की करो? अमाल 16। ਹਾਂਜੀ, ਇਸ ਲਈ ਤੌਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ। ਥੈਂਕ ਯੂ ਵੈਰੀ ਮਚ ਅੰਕਲ ਜੀ। ਅੰਕਲ ਜੀ ਥੈਂਕ ਯੂ। ਤੁਸੀਂ ਵੇਖੋ ਉੱਥੇ ਜ਼ਬੂਰ ਨਵੀਸ ਕਹਿ ਰਿਹਾ ਵੇ ਕਿ ਖੁਦਾ ਆਪਣੇ ਚਿਹਰਾ ਸਾਡੇ ਵੱਲ ਮੋੜ, ਠੀਕ ਹੈ। ਓਕੇ, ਇੱਥੇ ਉਹ ਕਹਿ ਰਿਹਾ ਵੇ ਖੁਦਾ ਨੇ ਤੇ ਚਿਹਰਾ ਮੋੜਿਆ, ਹੁਣ ਯਿਸੂ ਮਸੀਹ ਖੁਦਾ ਦਾ ਚਿਹਰਾ ਸਾਡੇ ਵੱਲ ਹੋ ਗਿਆ ਵੇ। ਖੁਦਾਵੰਦ ਯਿਸੂ ਮਸੀਹ ਖੁਦਾ ਬਾਪ ਦਾ ਜਲਾਲ, ਉਹਦਾ ਪਰਤੋ, ਉਹਦੀ ਜ਼ਾਤ ਦਾ ਅਕਸ ਹੋ ਕੇ ਖੁਦਾ ਦਾ ਚਿਹਰਾ ਮੋੜ ਦਿੱਤਾ ਹੈ। ਭਾਈ ਤੁਸੀਂ ਕਦੋਂ ਕੋ ਮੋੜੋਗੇ? ਠੀਕ ਹੈ, ਹੁਣ ਤੁਸੀਂ ਮੋੜੋ, ਕਿਉਂਕਿ ਜਦੋਂ ਤੁਸੀਂ ਮੋੜੋਗੇ ਫਿਰ ਤੁਹਾਡੇ ਗੁਨਾਹ ਉੱਥੇ ਢਕੇ ਗਏ ਸਨ, ਇੱਥੇ ਕੀ ਹੋ ਗਿਆ? ਇੱਥੇ ਵਾਈਪ ਆਊਟ। ਇੰਟਰਸਟਿੰਗਲੀ, ਠੀਕ ਹੈ, ਉੱਥੇ ਸਿਰਫ ਢਕੇ ਗਏ ਸਨ, ਮੌਜੂਦ ਸਨ, ਨੋਬਡੀ ਵਾਸ ਪਿਕਿੰਗ ਅਪ। ਇੱਥੇ ਕੀ ਹੋਇਆ? ਯਿਸੂ ਮਸੀਹ ਦੇ ਸਲੀਬ, ਉਹਦੇ ਗੁਨਾਹ ਦੇ ਵਸੀਲੇ ਖੁਦਾ ਨੇ ਬਲੌਟ ਆਊਟ ਕਰ ਦਿੱਤੇ, ਟੋਟਲੀ ਸਲੇਟ ਹੀ ਮਿਟਾ ਦਿੱਤੀ। ਠੀਕ ਹੈ, ਜਦੋਂ ਮਿਟਾ ਦਿੱਤੀ ਤਾਜ਼ਗੀ ਦੇ ਦਿਨ ਆ ਗਏ, ਬਹਾਲੀ ਆ ਗਈ। That's the concept of revival, spiritual revival ਜਿਹੜਾ ਵੇ, internal revival ਜਿਹੜਾ ਵੇ, communal revival। ਠੀਕ ਹੈ, ਸਿਸਟਰ ਜੋਤੀ ਦੂਜਾ ਹਵਾਲਾ ਪੜਿਓ 12:12 ਵਾਲਾ, ਰੋਮਨਸ। ਆਪਣੇ ਆਪ ਨੂੰ ਸੰਸਾਰ ਦੇ ਅਨੁਕੂਲ ਨਾ ਬਣਾਓ, ਸਗੋਂ ਆਪਣੇ ਆਪ ਨੂੰ ਅੰਦਰੋਂ ਪਰਮੇਸ਼ਰ ਨੂੰ ਬਦਲਣ ਦੇਵੋ, ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਸ ਦੇ ਸਾਹਮਣੇ ਭਲਾ, ਮੰਨਣਯੋਗ ਅਤੇ ਪੂਰਨ ਕੀ ਹੈ। ਓਕੇ ਜੀ, ਵੰਡਰਫੁਲ। ਪ੍ਰੋਸੈਸ ਕੀ ਹੈ ਜੀ? ਆਪਣੀ ਅਕਲ ਨਹੀਂ ਹੋ ਜਾਣ ਦੇ ਨਾਲ ਕੀ ਹੁੰਦੇ ਜਾਓ, ਆਪਣੀ ਸੂਰਤ ਵੀ ਬਦਲਦੇ ਜਾਓ, ਯਾਨੀ ਸਪਿਰਿਚੁਅਲ ਤੁਹਾਡਾ ਜਿਹੜਾ ਇਮੇਜ ਹੈ ਉਹ ਵੀ ਕੀ ਹੁੰਦਾ ਚਲਾ ਜਾਏ, ਚੇਂਜ ਹੁੰਦਾ ਜਾਏ, ਤੁਹਾਡੀ ਇੰਟਰਨਲ ਤਬਦੀਲੀ ਹੁੰਦੀ ਚਲੀ ਜਾਏ। ਸੋ ਦੈਟ ਇਜ਼ ਨਿਊ ਥਿੰਗ। ਨਵਾਂ ਕਰਦੇ ਖੁਦਾਵੰਦ ਸਾਨੂੰ, ਬਹਾਲ ਕਰਦੇ ਖੁਦਾਵੰਦ ਸਾਨੂੰ, ਰੀਸਟੋਰ ਕਰਦੇ, ਰਿਵਾਈਵ ਕਰਦੇ। ਲੇਕਿਨ ਮੇਰੇ ਜੀਜ਼ੋ ਇਹ ਉਹਨੇ ਚਿਰ ਤੱਕ ਨਹੀਂ ਹੋਏਗਾ ਜਿੰਨੇ ਚਿਰ ਤੱਕ ਅਸੀਂ ਟਰੁਥ ਟੈਲਿੰਗ, ਗ੍ਰੇਸ ਐਂਡ ਲਵ, ਸੱਚਾਈ ਤੇ ਸਦਾਕਤ ਦੇ ਨਾਲ ਸਾਡੇ ਮਾਮਲਾਤ ਕਲੀਸਿਆ ਦੇ ਨਾਲ, ਖੁਦਾ ਦੇ ਲੋਕਾਂ ਦੇ ਨਾਲ ਔਰ ਖੁਦਾ ਦੇ ਬੰਦਿਆਂ ਦੇ ਨਾਲ ਨਹੀਂ ਹੋਣਗੇ। ਇਸ ਲਈ ਜਿਵੇਂ ਅਸਾਂ ਜਗੌਰ ਕੀਤਾ ਵੇ ਕਿ ਇੰਡੀਅਨ ਪਾਕਿਸਤਾਨੀ ਕਲੀਸਿਆ ਨੂੰ, ਜਿਹੜੇ ਖਾਸ ਤੌਰ ਤੇ ਡਿਆਸਪੋਰਾ ਚਰਚ, ਡਿਸਯੂਨਿਟੀ ਇੰਨੀ ਜ਼ਿਆਦਾ ਵੇ, ਗਰੁੱਪ ਤੇ ਗਰੁੱਪ ਇੰਨੇ ਜ਼ਿਆਦਾ ਨੇ, ਝੂਠ ਕੜਲ ਇੰਨਾ ਜ਼ਿਆਦਾ ਵੇ, ਕੰਪੀਟੀਸ਼ਨ ਇੰਨਾ ਜ਼ਿਆਦਾ ਵੇ, ਮਤਲਬ ਅਸੀਂ ਇੱਕ ਦੂਜੇ ਦੇ ਨਾਲ ਹੀ ਇੱਕ ਦੂਜੇ ਨੂੰ ਅਸੀਂ ਕੱਟਣ ਵੱਢਣ ਤੇ ਰਹੇ ਹਾਂ। ਸਾਡਾ ਆਪਣਾ ਕੋਈ ਕੰਟਰੀਬਿਊਸ਼ਨ ਹੀ ਕੋਈ ਨਹੀਂ ਹੈ ਲਾਰਜਰ ਕਲਚਰ ਦੇ ਵਿੱਚ, ਸਾਡਾ ਗਲੋਬਲ ਕਨਸੈਪਟ ਹੀ ਕੋਈ ਨਹੀਂ ਹੈ। 20-25 ਸਾਲ, 40-60 ਸਾਲ ਹੋ ਗਏ ਨੇ ਇੱਥੇ ਆਇਆ ਸਾਨੂੰ,
ਔਰ ਸਾਡਾ ਕਿਸੇ ਤਰੀਕੇ ਦਾ ਕੋਈ ਚਰਚ ਦਾ ਕਮਿਊਨਲ ਲੈਵਲ ਤੇ ਸਾਡਾ ਕੋਈ ਇੰਗੇਜਮੈਂਟ ਨਹੀਂ ਹੈ ਕਿ ਅਸੀਂ ਖੁਦਾ ਦੇ ਮਿਸ਼ਨ ਦੇ ਜ਼ਰੀਏ ਕੰਟਰੀਬਿਊਟ ਕਰ ਸਕੀਏ ਇਸ ਮੁਲਕ ਦੇ ਵਿੱਚ। ਖੁਦਾ ਸਾਨੂੰ ਬੁਲਾ ਰਿਹਾ ਵੇ, ਜ਼ਬੂਰ ਨਵੀਸ ਨਾਲ ਰਲ ਕੇ ਅਸੀਂ ਵੀ ਆਓ ਦੁਆ ਕਰੀਏ ਖੁਦਾ ਕੋਲੋਂ, ਖੁਦਾਵੰਦ ਸਾਨੂੰ ਬਹਾਲ ਕਰ ਸਾਊਥ ਏਸ਼ੀਅਨ ਚਰਚ ਨੂੰ, ਡਿਆਸਪੋਰਾ ਚਰਚ ਜਿਹੜਾ ਕਿ ਸਿੱਖ ਹੋ ਗਿਆ ਵੇ, ਜਿਹੜਾ ਕਿ ਮੁਰਦਾ ਹੋ ਗਿਆ ਵੇ, ਜਿਹੜਾ ਕਿ ਬਹਾਲ ਨਹੀਂ ਹੈ, ਖੁਦਾਵੰਦ ਤੂੰ ਉਹਨੂੰ ਬਹਾਲ ਕਰ, ਆਪਣਾ ਚਿਹਰਾ ਉਹਦੇ ਵੱਲ ਕਰ, ਤਾਂ ਕਿ ਅਸੀਂ ਜਿਹੜਾ ਤੂੰ ਸਾਨੂੰ ਕੰਮ ਦਿੱਤਾ ਵੇ ਤੇਰੇ ਮਿਸ਼ਨ ਦੇ ਵਿੱਚ, ਅਸੀਂ ਤੇਰੇ ਬੇਟੇ ਯਿਸੂ ਮਸੀਹ ਨੂੰ ਲੈ ਕੇ ਔਰ ਉਹਦੀ ਖੁਸ਼ਖਬਰੀ ਨੂੰ ਅਸੀਂ ਪੂਰੀ ਦੁਨੀਆ ਤੱਕ ਪਹੁੰਚਾਈਏ। ਖੁਦਾਵੰਦ ਸਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਔਰ ਬਹਾਲੀ ਦੇ ਵਸੀਲੇ ਬਰਕਤ ਦੇਵੇ। ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਕਿ ਅੰਕਲ ਜੋਸ਼ੂਆ ਆਪਣੇ ਸਵਾਲ, ਆਪਣੇ ਕਮੈਂਟ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਨੂੰ ਇਹਦੀ 6ਵੀਂ ਤੇ 7ਵੀਂ ਜਿਹੜੀ ਆਇਤ ਹੈ ਉਹਦੇ ਵਿੱਚ ਜਿਹੜਾ ਜ਼ਬੂਰ ਨਵੀਸ ਹੈ ਨਾ ਉਹ ਕਹਿ ਰਿਹਾ ਖੁਦਾ ਨੂੰ to revive his people, bring them back to spiritual life. God is capable of reviving both churches and individuals. He can pour oil his love on us, renewing our love for him. You need revival, family, or personal spiritual life. Ask God to give you a fresh touch of his love. ਆਮੀਨ। ਸੋ ਫਰੈਸ਼ ਟੱਚ ਹੁੰਦਾ ਕਿਵੇਂ ਵੇ? ਜਦੋਂ ਅਸੀਂ ਖੁਦਾ ਕੋਲੋਂ ਔਰ ਉਹਨਾਂ ਲੋਕਾਂ ਦੇ ਨਾਲ ਫੈਲੋਸ਼ਿਪ ਹੁੰਦੀ ਹੈ, ਉਹਨਾਂ ਲੋਕਾਂ ਦੇ ਨਾਲ ਉੱਠਣੇ ਬਹਿਨੇ ਆ, ਉਹਨਾਂ ਲੋਕਾਂ ਦੇ ਕੋਲ ਹੁੰਨੇ ਆ ਕਿ ਜਿਹੜੇ ਆਲਰੇਡੀ ਰਿਫਰੈਸ਼ ਲੋਕ ਨੇ, ਠੀਕ ਹੈ ਨਾ? ਮਤਲਬ ਤੁਸੀਂ ਡੈਡ ਬੰਦੇ ਦੇ ਨਾਲ ਹੋਗੇ ਡੈਡ ਹੋ ਜਾਓਗੇ, ਠੰਡੇ ਬੰਦੇ ਨਾਲ ਪਾਓਗੇ ਤਾਂ ਠੰਡੇ ਹੋ ਜਾਓਗੇ, ਬਿਲਕੁਲ ਠੰਡੇ ਰਹੋਗੇ। ਹਾਂ, ਇਸ ਲਈ ਬੜੀ ਸੋਬਤ ਦਾ ਜਿਹਨੂੰ ਕਹਿੰਦੇ ਸੋਬਤ ਪਾਸਟਰ ਜੀ। ਬਿਲਕੁਲ, ਹਾਂ, ਬਿਲਕੁਲ। ਕਿਉਂਕਿ ਵੇਖੋ ਨਾ, ਨੈਸ਼ਨਲ ਰਿਵਾਈਵਲ ਦੀ ਗੱਲ ਕਰਨ ਡਿਆ ਨਾ, ਤੇ ਨੈਸ਼ਨਲ ਰਿਵਾਈਵਲ ਜਿਹੜਾ ਵੇ ਉਹ ਫੈਮਿਲੀ ਟੂ ਫੈਮਿਲੀ, ਪਰਸਨ ਟੂ ਪਰਸਨ, ਕਮਿਊਨਿਟੀ ਟੂ ਕਮਿਊਨਿਟੀ ਆਏਗਾ ਨਾ। ਨੈਸ਼ਨਲ ਰਿਵਾਈਵਲ ਐਵੇਂ ਤਾਂ ਨਹੀਂ ਆ ਰਹੇਗਾ, ਠੀਕ ਹੈ ਨਾ? ਥੈਂਕ ਯੂ ਅੰਕਲ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਕਿ ਆਂਟੀ ਜੋਤੀ ਸਾਡੇ ਸਾਰੇ ਨਾਲ ਆਪਣੇ ਕਮੈਂਟਸ, ਆਪਣੇ ਕੁਐਸਚਨ ਸਾਡੇ ਨਾਲ ਸ਼ੇਅਰ ਕਰਨ। ਹਾਂਜੀ, ਇਸ ਦੀਆਂ ਪ੍ਰਭੂ ਦਾ ਵਚਨ ਤਾਂ ਸਾਰਾ ਹੀ ਬਹੁਤ ਚੰਗਾ ਆ, ਸਾਨੂੰ ਸਿਖਾਉਣ ਵਾਲਾ ਹੈ ਖੁਦਾ ਦਾ, ਜਿਹੜੇ ਜ਼ਬੂਰ ਆ ਖਾਸ ਕਰਕੇ। ਲੇਕਿਨ ਇਸ ਜ਼ਬੂਰ ਦੇ ਜਿਹੜੀਆਂ 2 ਆਇਤਾਂ, ਇੱਕ 9ਵੀਂ ਆਇਤ ਤੇ ਇੱਕ 12 ਆਇਤ, ਇਹ ਮੈਨੂੰ ਬਹੁਤ ਵਧੀਆ ਲੱਗੀਆਂ। ਇਹਦੇ ਵਿੱਚ ਪ੍ਰਭੂ ਨੇ ਲਿਖਿਆ ਹੈ ਕਿ ਪ੍ਰਭੂ ਨੇ ਲਿਖਿਆ, ਇਹ ਸੱਚ ਹੈ ਕਿ ਪ੍ਰਭੂ ਤੋਂ ਡਰਨ ਵਾਲਿਆਂ ਨੂੰ ਪ੍ਰਭੂ ਆਪ ਬਚਾਏਗਾ ਅਤੇ ਸਾਡੀ ਧਰਤੀ ਤੇ ਅਮਨ ਚੈਨ ਰੱਖੇਗਾ। ਅਗਰ ਅਸੀਂ ਪ੍ਰਭੂ ਤੋਂ ਡਰਦੇ ਹਾਂ ਤਾਂ ਖੁਦਾਵੰਦ ਸਾਡੀ ਨਿਗਰਾਨੀ ਕਰਦਾ ਹੈ ਹਮੇਸ਼ਾ, ਔਰ ਜਿੱਥੇ ਵੀ ਅਸੀਂ ਜਾਂਦੇ ਪ੍ਰਭੂ ਸਾਡੀ ਰਖਵਾਲੀ ਕਰਦਾ, ਚਾਹੇ ਕਿੱਦਾਂ ਦੇ ਵੀ ਦਿਨ ਹੋਣ, ਅਮੀਰੀ ਦੇ ਹੋਣ, ਗਰੀਬੀ ਦੇ ਹੋਣ, ਦੁੱਖ ਦੇ ਹੋਣ, ਜਿਸ ਤਰ੍ਹਾਂ ਵੀ ਹੈ, ਪਰ ਖੁਦਾਵੰਦ ਸਾਨੂੰ ਸੰਭਾਲ ਕੇ ਰੱਖਦਾ ਹਮੇਸ਼ਾ, ਅਗਰ ਅਸੀਂ ਉਸਦੇ ਰਾਹ ਤੇ ਚੱਲਦੇ, ਅਸੀਂ ਉਸ ਤੋਂ ਡਰਦੇ ਹਾਂ। ਔਰ ਜਿਹੜੀ ਇਹਦੀ 12 ਆਇਤ ਹੈ, ਪ੍ਰਭੂ ਹਰ ਚੰਗੀ ਚੀਜ਼ ਸਾਨੂੰ ਦਿੰਦਾ ਹੈ। ਖੁਦਾਵੰਦ ਦੇ ਵਿੱਚ ਜੇ ਆਪਾਂ ਚੱਲਦੇ ਹਾਂ, ਪ੍ਰਭੂ ਦੇ ਪਿੱਛੇ ਚੱਲਦੇ ਹਾਂ, ਔਰ ਆਪਾਂ ਆਪਣੇ ਦਿਲਾਂ ਦੇ ਵਿੱਚ ਖੁਦਾ ਨੂੰ ਯਾਦ ਰੱਖਦੇ ਹਮੇਸ਼ਾ, ਪ੍ਰਭੂ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ, ਚਾਹੇ ਦੁਨਿਆਵੀ ਨਾ ਹੋਵੇ ਪਰ ਰੂਹਾਨੀ। ਅਗਰ ਆਪਾਂ ਪ੍ਰਭੂ ਦਾ ਬਚਨ ਪੜ੍ਹਦੇ ਹਾਂ ਤਾਂ ਖੁਦਾਵੰਦ ਹਰ ਇੱਕ ਚੰਗੀ ਚੀਜ਼ ਨਾਲ ਸਾਨੂੰ ਰਜਾਉਂਦਾ ਹੈ। ਇਹ ਪ੍ਰਭੂ ਦੇ ਬਚਨ ਵਿੱਚੋਂ ਇਹ 2 ਆਇਤਾਂ ਮੈਨੂੰ ਬਹੁਤ ਵਧੀਆ ਲੱਗੀਆਂ। ਹਾਂਜੀ, ਵੰਡਰਫੁਲ। ਕਿਉਂਕਿ ਤੁਸੀਂ ਵੇਖੋ ਜਿਹੜੀ ਆਖਰੀ ਆਇਤ ਨਾ, ਉਹ ਨਿਚੋੜ ਪੇਸ਼ ਕਰਦੀ ਹੈ ਔਰ ਉਹਦਾ ਸਾਨੂੰ ਮੈਕੈਨਿਜ਼ਮ ਦਿੰਦੀ ਹੈ, ਜਿਹੜਾ ਨਾ ਉਹ ਸਾਨੂੰ ਦਿੰਦੀ ਹੈ। ਔਰ ਕੀ ਹੈ ਕਿ ਸਦਾਕਤ ਯਾਨੀ ਸੱਚਾਈ ਜਿਹੜੀ ਹੈ, ਟਰੁਥ, ਉਹ ਉਹਦੇ ਅੱਗੇ, ठीक है, और उसके नक्शे कदम को हमारी राह दा मतलब है शरीयत, खुदा दा अहकाम, खुदा दा कलाम जिहड़ा वे ना, ठीक है, ਉਹ ਜਿਹੜਾ ਵੇ ਨਾ ਉਹ ਅੱਗੋਂ ਪੈਥ ਤਿਆਰ ਕਰਦਾ ਚਲਾ ਜਾਏਗਾ। ਠੀਕ ਹੈ, ਅਸੀਂ ਜਿਵੇਂ ਤੁਹਾਂ ਕੀ ਗੱਲ ਕੀਤੀ ਨਾ, ਜਿਵੇਂ ਐਂਜਲ ਨੇ ਵੀ ਗੱਲ ਕੀਤੀ ਹੈ, ਅਸੀਂ ਵੇਖਦੇ ਆ ਕਿ ਫਲਾਣਾ ਕਿਵੇਂ ਚੱਲਣ ਡਿਆ ਤੇ ਉਹ ਕਿਵੇਂ ਚੱਲਣ ਡਈ ਹੈ, ਤੇ ਜਨਾਬ ਉਹ ਫਲਾਣੀ ਕਲੀਸਿਆ ਕਿਵੇਂ ਦੀ ਹੈ ਤੇ ਇਹ ਫਲਾਣੀ ਕਲੀਸਿਆ ਕਿਵੇਂ ਦੀ ਹੈ। ਠੀਕ ਹੈ, ਅਸੀਂ ਵੇਖਦੇ ਆ ਲੋਕਾਂ ਲਈ। ਇਸ ਲਈ ਸਾਡੇ ਸਾਹਮਣੇ ਫੇਲਡ ਮਾਡਲ ਨੇ ਸਾਰੇ, ਸਾਡੇ ਸਾਹਮਣੇ ਸਾਰੇ ਦੇ ਸਾਰੇ ਜਿਹੜੇ ਨਾ ਉਹ ਡਮੀ ਨੇ, ਉਹ ਸਾਡੇ ਸਾਹਮਣੇ ਹਿਪੋਕ੍ਰਿਟ ਮਾਡਲ ਨੇ। ਅਸੀਂ ਜਦੋਂ ਖੁਦਾ ਦੇ ਕਲਾਮ ਨੂੰ ਟੋਟਲ ਕਰਨ ਦੀ ਕੋਸ਼ਿਸ਼ ਕਰਨਾ ਨਾ ਕਿ ਖੁਦਾ ਦਾ ਕਲਾਮ ਸਾਨੂੰ ਕੀ ਕਹਿੰਦਾ ਵੇ, rather than focusing on the pastors, rather than focusing on the people or the leadership, try to focus on God's word, ਕਿਉਂਕਿ ਇਹ ਜਿਹੜਾ ਰਿਵਾਈਵ ਕਰਦਾ ਵੇ, ਖੁਦਾ ਦਾ ਚਿਹਰਾ ਰਿਵਾਈਵ ਕਰਦਾ ਵੇ। ਪਾਦਰੀ ਰਿਵਾਈਵ ਨਹੀਂ ਜੇ ਕਰਦੇ, ਪਾਦਰੀ ਵੀ ਖੋਚਲ ਹੁੰਦੇ ਨੇ। ਠੀਕ ਹੈ, ਸਾਡੇ ਵਰਗੇ ਉਹ ਇਨਸਾਨ ਹੀ ਹੁੰਦੇ ਨੇ, ਸਾਡੇ ਵਰਗੇ ਵੀ। So don't idolize any person. ਅਸੀਂ ਬਾਜ਼ੂ ਕਰ ਪਾਦਰੀਆਂ ਨੂੰ ਬੜਾ ਆਈਡਲਾਈਜ਼ ਕਰਨੇ ਆ, ਉਹਨਾਂ ਵਰਗੋਂ ਬੋਲਣ ਦੀ ਕੋਸ਼ਿਸ਼ ਕਰਨੇ ਆ, ਕਲਾਮ ਸੁਣਾਉਣ ਦੀ ਕੋਸ਼ਿਸ਼ ਕਰਨੇ ਆ, ਕੱਪੜੇ ਵੀ ਪਾਉਂਦੇ ਆ ਉਹਨਾਂ ਵਰਗੇ। ਠੀਕ ਹੈ ਨਾ, ਤੇ ਟਰਾਈ ਕਰਨੇ ਆ ਕਿ ਜਨਾਬ ਅਸੀਂ ਉਹਨਾਂ ਵਰਗੇ ਨਜ਼ਰ ਵੀ ਆਈਏ, ਬਟ they will disappoint you. I'm warning everybody ਜਿਹੜੇ ਸੁਣਨ ਡਏ ਨੇ। ਠੀਕ ਹੈ,
ਪਾਦਰੀ ਵੀ ਸਾਡੇ ਵਰਗੇ ਇਨਸਾਨ ਨੇ, they are human being, they made mistakes, they need revival, they also need refreshment। ਮਸਲਾ ਇਹ ਹੁੰਦਾ ਵਾ ਕਿ ਜਦੋਂ 200-400 ਬੰਦਾ ਸੁਣਨ ਵਾਲਾ ਹੋ ਜਾਏ, ਬੱਲੇ ਬੱਲੇ ਵਾਹ ਵਾਹ ਹੋ ਜਾਏ ਨਾ, ਅੰਨੇ ਵਾਹ ਪਿੱਛੇ ਲੋਕ ਲੱਗ ਜਾਣ, ਤੇ ਫਿਰ ਉਹਨਾਂ ਦੇ ਵੀ ਦਿਮਾਗ ਖਰਾਬ ਹੋ ਜਾਂਦੇ ਨੇ। So don't try to do that. They always need refreshment, renewal and repentance. Thank you. Thank you, Pastor Ji, ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜੋ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ, ਸਾਨੂੰ ਵਾਚ ਕਰਦੇ ਰਹਿੰਦੇ ਆ। ਸਾਡਾ ਅਗਲਾ ਐਪੀਸੋਡ ਕੱਲ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ। ਅਸੀਂ ਜ਼ਬੂਰ 87 ਵਿੱਚ ਜਾਵਾਂਗੇ ਐਂਡ ਇਸੇ ਤਰ੍ਹਾਂ ਜ਼ਬੂਰਾਂ ਦਾ ਸੈਟ ਅਸੀਂ ਕੰਪਲੀਟ ਕਰਾਂਗੇ। ਸਾਰੇ ਸੀਰੀਜ਼ ਦਾ ਮਕਸਦ ਹੈ ਕਿ ਅਸੀਂ ਕਲਾਮ ਨੂੰ ਪੜ੍ਹ ਕੇ ਉਸ ਨੂੰ ਸਮਝੀਏ ਤੇ ਉਸ ਤੇ ਚੱਲਣ ਵਾਲੇ ਬਣੀਏ। ਕੱਲ ਫਿਰ ਅਸੀਂ ਤੁਹਾਡੇ ਨਾਲ ਮਿਲ ਕੇ ਇਸੇ ਤਰ੍ਹਾਂ ਪੰਜਾਬੀ ਵਿੱਚ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। Thank you. God bless you. God bless you.